हाँ जी, सत श्री अकाल सारिਆਂ ਨੂੰ। ਵੈਲਕਮ ਬੈਕ ਟੂ ਦੀ EMCC ਐਡਿਊ ਚੈਨਲ। ਆਈ ਹੋਪ ਤੁਸੀਂ ਫਸਟ ਵੀਡੀਓ ਦੇਖ ਲਈ ਹੋਏਗੀ ਤੇ ਤੁਹਾਨੂੰ ਹੁਣ ਐਗਜ਼ਾਮ ਦਾ ਪੈਟਰਨ ਤੇ ਐਗਜ਼ਾਮ ਦੀ ਐਲੀਜੀਬਿਲਿਟੀ ਵਗੈਰਾ ਸਭ ਕਲੀਅਰ ਹੋ ਚੁੱਕਾ ਹੋਏਗਾ। ਹੁਣ ਇਹ ਐਗਜ਼ਾਮ ਨੂੰ ਕਲੀਅਰ ਕਰਨ ਵਾਸਤੇ ਕੀ ਪੜ੍ਹਨਾ ਹੈ, ਕੀ ਸਿਲੇਬਸ ਹੈ ਤੇ ਉਹਦੀ ਕੀ ਬੁੱਕ ਲਿਸਟ ਹੈ, ਇਹ ਅਸੀਂ ਅੱਜ PCS ਵੀਡੀਓ ਸੀਰੀਜ਼ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤੇ ਜਿੱਦਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਆਪਾਂ ਅੱਜ ਸਿਲੇਬਸ ਡਿਸਕਸ ਕਰਦੇ ਹਾਂ, ਬੋਥ ਪ੍ਰੀਲਿਮਿਨਰੀ ਐਂਡ ਮੇਨਸ ਐਗਜ਼ਾਮੀਨੇਸ਼ਨ। तो सब तो पहले जो आप प्रीलिमिनरी एग्जामिनेशन दे विच देखिए, जिद्दां कि आप पिछली वीडियो च देखिया, दो पेपर ने, पेपर 1 जनरल स्टडीज़ ते पेपर 2 CSAT। पेपर 1 दे विच अपने कोल मोटे मोटे 9 इशूज़ ने। पहला इशू जिहड़ा अपने कोल हैगा वै वो हैगा वै एवरीडे साइंस दा। ਤਾਂ ਸਾਇੰਸ ਦੇ ਵਿੱਚ ਜਿੱਦਾਂ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ, ਇਹ ਆਪਣੇ ਕੋਲ ਸਾਇੰਸ ਦਾ ਸਿਲੇਬਸ ਹੈ, ਠੀਕ ਹੈ ਜੀ। ਤੇ ਸਾਇੰਸ ਦੇ ਵਿੱਚ ਮੋਟੇ ਜੇ ਆਪਾਂ ਟੌਪਿਕਸ ਦੀ ਗੱਲ ਕਰੀਏ ਤਾਂ ਆਪਣੇ ਕੋਲ ਮੈਟਰ ਹੈ, ਲਾਈਫ ਔਨ ਅਰਥ ਹੈ, ਇਹਦੇ ਵਿੱਚ ਆਪਣਾ ਹਿਊਮਨ ਬੋਡੀ ਹੈ ਤੇ ਉਹਦੇ ਡਿਸੀਜ਼ਸ ਦੇ ਬਾਰੇ ਗੱਲਬਾਤ ਹੋਈ ਹੈ। ਅੱਜ ਕੱਲ੍ਹ ਦਾ ਕੋਵਿਡ ਹੈ ਤਾਂ ਇਹ ਵਾਲਾ ਟੌਪਿਕ ਹੋਰ ਇੰਪੋਰਟੈਂਟ ਹੋ ਜਾਂਦਾ। ਪਬਲਿਕ ਹੈਲਥ ਇਨੀਸ਼ੀਏਟਿਵਸ ਕਿਹੜੇ ਗਵਰਨਮੈਂਟ ਨੇ ਲਿੱਤੇ ਨੇ, ਉਸ ਤੋਂ ਬਾਅਦ ਫੋਰਸ, ਲਾਜ਼ ਆਫ ਮੋਸ਼ਨ ਐਂਡ ਗ੍ਰੈਵੀਟੇਸ਼ਨ, ਲਾਈਟ ਤੇ ਲਾਸਟ ਟੌਪਿਕ ਆਪਣੇ ਕੋਲ ਹੈਗਾ ਕੰਪਿਊਟਰਸ ਐਂਡ ਟੈਲੀਕਮਿਊਨੀਕੇਸ਼ਨ, ਠੀਕ ਹੈ ਜੀ। ਤਾਂ ਇਹ ਥੋੜਾ ਜਿਹਾ ਡਿਫਰੈਂਟ ਸਾਊਂਡਿੰਗ ਟੌਪਿਕ ਹੈ ਜਿਹੜਾ ਸਾਇੰਸ ਦੀ ਬੁੱਕਸ ਦੇ ਵਿੱਚ ਜਨਰਲੀ ਨਹੀਂ ਮਿਲਦਾ। ਹੁਣ ਇਹ ਬੈਸਟ ਪਾਰਟ ਹੈ PCS ਦਾ ਕਿ ਇਹਨਾਂ ਨੇ ਨਾ ਸਿਰਫ ਸਾਨੂੰ ਮੇਨ ਹੈਡਿੰਗਸ ਨਹੀਂ ਦੱਸੀਆਂ। UPSC 'ਚ ਸਿਰਫ ਉਹਨਾਂ ਨੇ ਲਿਖਿਆ ਹੁੰਦਾ ਸਾਇੰਸ, ਹਿਸਟਰੀ, ਇੱਦਾਂ। ਪ੍ਰੀਲਿਮਿਨਰੀ ਸਿਲੇਬਸ ਨੂੰ ਵੀ ਬਹੁਤ ਡੀਟੇਲ 'ਚ ਐਕਸਪਲੇਨ ਕੀਤਾ ਹੈ PCS ਨੇ ਤੇ ਕੱਲੇ ਟੌਪਿਕਸ ਸਾਨੂੰ ਮੈਂਸ਼ਨ ਕੀਤੇ ਨੇ। ਤਾਂ ਇਸ ਲਈ ਸਾਡਾ ਕੰਮ ਹੋਰ ਆਸਾਨ ਹੋ ਜਾਂਦਾ ਕਿਉਂਕਿ ਆਪਾਂ ਇਹ ਹੀ ਸਾਰੇ ਟੌਪਿਕਸ ਪ੍ਰਿਪੇਅਰ ਕਰਨੇ ਨੇ। ਆਪਾਂ ਕੋਈ ਵੀ ਬੁੱਕ ਕਵਰ ਟੂ ਕਵਰ ਪੜ੍ਹਨ ਦੀ ਲੋੜ ਨਹੀਂ ਪੈਂਦੀ। ਆਪਾਂ ਜੇ ਇਹ ਸਾਰੇ ਟੌਪਿਕਸ ਅੱਛੀ ਤਰ੍ਹਾਂ ਪ੍ਰਿਪੇਅਰ ਕਰ ਲਏ ਤਾਂ ਆਪਣਾ ਮੈਜੋਰਿਟੀ ਸਿਲੇਬਸ ਡਨ ਹੋ ਜਾਂਦਾ। ਹੁਣ ਸਾਇੰਸਿਸ ਵਾਸਤੇ ਮੈਂ ਜਿਹੜੀ ਬੁੱਕ ਲਿਸਟ ਫੋਲੋ ਕੀਤੀ ਪਰਸਨਲੀ, ਉਹ ਮੈਂ ਤੁਹਾਨੂੰ ਰੈਫਰ ਕਰ ਦਾਂਗਾ। ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਤੁਸੀਂ ਜਿੰਨੇ ਟੌਪਰਸ ਨੂੰ ਪੁੱਛੋਗੇ ਸਭ ਦੀ ਆਪਣੀ ਸਟ੍ਰੈਟਜੀ ਹੈ, ਸਭ ਦੀ ਆਪਣੀ ਬੁੱਕ ਲਿਸਟ ਹੈ। ਮੈਂ ਪਰਸਨਲ ਕੀ ਰੈਫਰ ਕੀਤਾ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸੂਗਾ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਬਿਫੋਰ ਯੂ ਡਿਸਾਈਡ ਯੋਰ ਪਰਸਨਲ ਸਟ੍ਰੈਟਜੀ, ਠੀਕ ਹੈ ਜੀ। ਤਾਂ ਸਾਇੰਸਿਸ ਵਾਸਤੇ ਆਈ ਵੁੱਡ ਸੇ ਕਿ ਤੁਸੀਂ 6th to 10th ਦੀਆਂ ਜਿਹੜੀਆਂ ਬੇਸਿਕ NCERTs ਨੇ ਉਹ ਤਾਂ ਪੜ੍ਹ ਹੀ ਲਓ। ਉਸ ਤੋਂ ਇਲਾਵਾ ਕੁਝ ਟੌਪਿਕ ਤੁਹਾਨੂੰ +1 +2 ਦੀ NCERT ਦੀ ਬੁੱਕ ਦੇ ਵਿੱਚ ਵੀ ਮਿਲਣਗੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਂ ਕਹੂੰਗਾ ਪੰਜਾਬ ਬੋਰਡ ਦੀਆਂ ਵੀ ਸਾਇੰਸ ਦੀਆਂ NCERTs ਜ਼ਰੂਰ ਦੇਖੋ। ਕੁਝ ਟੌਪਿਕਸ ਇੱਥੇ ਇੱਦਾਂ ਦੇ ਵੀ ਨੇ ਜਿਹੜੇ ਤੁਹਾਨੂੰ NCERT ਦੇ ਵਿੱਚ ਨਹੀਂ ਮਿਲਣਗੇ ਪਰ ਪੰਜਾਬ ਬੋਰਡ ਦੀ ਜਿਹੜੀਆਂ ਬੁੱਕਸ ਨੇ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ। ਤਾਂ ਸਾਇੰਸ ਤੁਸੀਂ ਉੱਥੋਂ ਦੀ ਕਵਰ ਕਰ ਸਕਦੇ ਹੋ। ਓਕੇ ਜੀ, ਹੁਣ ਆਪਾਂ ਚੱਲਦੇ ਹਾਂ ਅਗਲੇ ਪਾਰਟ ਤੇ ਜਿਹੜਾ ਕਿ ਹੈਗਾ ਵਾ ਐਨਵਾਇਰਮੈਂਟਲ ਸਟੱਡੀਜ਼। ਐਨਵਾਇਰਮੈਂਟਲ ਸਟੱਡੀਜ਼ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਥੋੜ੍ਹੇ ਜਿਹੇ ਟੌਪਿਕਸ ਨੇ। ਆਪਣੇ ਕੋਲ ਐਟਮੋਸਫੇਅਰ ਹੈ, ਐਟਮੋਸਫੇਰਿਕ ਸਰਕੂਲੇਸ਼ਨ ਇਨ ਵੈਦਰ ਸਿਸਟਮ ਹੈ, ਕਲਾਈਮੇਟ ਚੇਂਜ ਹੈ, ਵਾਟਰ ਹੈ ਤੇ ਸੋਇਲ ਹੈ, ਠੀਕ ਹੈ ਜੀ। ਤੇ ਇਹ ਕਵਰ ਕਰਨ ਵਾਸਤੇ UPSC 'ਚ ਜਨਰਲੀ ਫੋਲੋ ਕੀਤੀ ਜਾਂਦੀ ਹੈ ਸ਼ੰਕਰ IAS ਦੀ ਐਨਵਾਇਰਮੈਂਟ ਬੁੱਕ, ਉਹ ਵੀ ਤੁਸੀਂ ਦੇਖ ਸਕਦੇ ਹੋ। ਨਹੀਂ ਤਾਂ ਜੋਗ੍ਰਾਫੀ ਦੀਆਂ ਜਿਹੜੀਆਂ NCERT ਬੁੱਕਸ ਨੇ 6th to 12th ਦੀਆਂ, ਉਹਦੇ ਵਿੱਚ ਵੀ ਮੈਜੋਰਿਟੀ ਟੌਪਿਕਸ ਕਵਰ ਹੋ ਜਾਂਦੇ ਆ। ਕੁਝ ਟੌਪਿਕਸ ਤੁਸੀਂ ਪੰਜਾਬ ਬੋਰਡ ਦੀ NCERTs ਤੋਂ ਵੀ ਕਵਰ ਕਰ ਸਕਦੇ ਹੋ, ਉਹਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਹੋਏ ਨੇ। ਬਾਕੀ ਜਨਰਲੀ ਐਨਵਾਇਰਨਮੈਂਟ ਦੇ ਵਿੱਚੋਂ ਕਰੰਟ ਅਫੇਅਰਸ 'ਤੇ ਜ਼ਿਆਦਾ ਫੋਕਸ ਰਹਿੰਦਾ ਤਾਂ ਤੁਸੀਂ ਕਰੰਟ ਹੈਪਨਿੰਗਸ 'ਤੇ ਬਹੁਤ ਜ਼ਿਆਦਾ ਧਿਆਨ ਰੱਖੋ। ਬੇਸਿਕ ਜਿਹੜੇ ਟੌਪਿਕਸ ਦਿੱਤੇ ਹੋਏ ਨੇ ਉਹ NCERTs ਤੋਂ ਇੱਕ ਵਾਰੀ ਕਵਰ ਕਰ ਲਓ, ਠੀਕ ਹੈ ਜੀ। ਅੱਗੇ ਹੁਣ ਆਪਾਂ ਚੱਲਦੇ ਹਾਂ ਤਾਂ ਦੇਖ ਲੈਂਦੇ ਹਾਂ ਪੋਲੀਟੀਕਲ ਥਿਓਰੀ ਤੇ ਇੰਟਰਨੈਸ਼ਨਲ ਆਰਡਰ। ਪੋਲੀਟੀਕਲ ਥਿਓਰੀ ਤੁਹਾਨੂੰ ਪਤਾ ਹੀ ਹੈ, +1 ਪੋਲੀਟੀਕਲ ਸਾਇੰਸ ਦੀ ਪੂਰੀ ਬੁੱਕ ਹੈ ਪੋਲੀਟੀਕਲ ਥਿਓਰੀ ਤੇ ਇਹ ਸਾਰੇ ਜਿਹੜੇ ਵੀ ਵਰਡਸ ਇਹਦੇ ਵਿੱਚ ਦਿੱਤੇ ਹੋਏ ਨੇ ਇਹ ਸਾਰੇ ਦੇ ਸਾਰੇ ਫੁੱਲ ਚੈਪਟਰਸ ਨੇ ਪੋਲੀਟੀਕਲ ਥਿਓਰੀ ਦੀ ਬੁੱਕ ਦੇ ਵਿੱਚ। ਤਾਂ ਤੁਸੀਂ ਇਹ ਸਾਰੇ ਵਰਡਸ ਦੇ ਮੀਨਿੰਗ ਡਿਟੇਲ ਦੇ ਵਿੱਚ ਉਹ ਚੈਪਟਰ ਤੋਂ ਪੜ੍ਹ ਸਕਦੇ ਹੋ। ਕਾਫੀ ਅੱਛੀ ਬੁੱਕ ਦਿੱਤੀ ਹੋਈ ਹੈ। ਪਰ ਜਨਰਲੀ ਜਦੋਂ ਤੁਸੀਂ ਪਾਸਟ ਈਅਰ ਪੇਪਰ ਦੇਖੋਗੇ ਨਾ ਤਾਂ ਤੁਸੀਂ ਨੋਟਿਸ ਕਰੋਗੇ ਕਿ ਇਹਦੇ 'ਚੋਂ ਕੁਐਸਚਨ ਕਾਫੀ ਟ੍ਰਿਕੀ ਪੁੱਛੇ ਹੋਏ ਨੇ। ਮਤਲਬ ਉਹਨਾਂ ਨੇ ਬਹੁਤ ਡੀਟੇਲ 'ਚ ਆਥਰਸ ਦੇ ਨਾਮ ਪੁੱਛੇ ਹੋਏ ਨੇ, ਉਹਨਾਂ ਨੇ ਇੰਟਰਨੈਸ਼ਨਲ ਥਿੰਕਰਸ ਦੇ ਬਾਰੇ ਪੁੱਛਿਆ ਹੋਇਆ ਵਾ। ਤਾਂ ਉਹਦੇ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਇੰਟਰਨੈਟ ਦੇ ਸੋਰਸਿਸ ਨੂੰ ਦੇਖਣਾ ਪਏਗਾ। ਤੇ ਤੁਸੀਂ ਮਨੀਸ਼ ਜਿੰਦਲ ਸਰ ਦੀ ਕੰਪਾਈਲੇਸ਼ਨ ਵੀ ਹੈ ਪੋਲੀਟੀਕਲ ਥਿਓਰੀ ਤੇ, ਉਹ ਵੀ ਦੇਖ ਸਕਦੇ ਹੋ। ਉਹਦੇ ਵਿੱਚੋਂ ਤੁਹਾਨੂੰ ਇਹ ਪੋਲੀਟੀਕਲ ਥਿਓਰੀ ਟੌਪਿਕ ਕਵਰ ਹੋ ਜਾਏਗਾ। ਇੰਟਰਨੈਸ਼ਨਲ ਆਰਗੇਨਾਈਜੇਸ਼ਨਸ 'ਚ ਆਪਣੇ ਕੋਲ ਯੂਨਾਈਟਿਡ ਨੇਸ਼ਨਸ ਹੈ ਤੇ ਕੁਝ ਹੋਰ ਬੋਡੀਜ਼ ਹੈਗੀਆਂ ਨੇ। ਇਹ +2 ਪੋਲੀਟੀਕਲ ਸਾਇੰਸ ਦੀ ਜਿਹੜੀ ਵਰਲਡ ਪੋਲੀਟਿਕਸ ਦੀ ਬੁੱਕ ਹੈ ਉਹਦੇ ਵਿੱਚ ਵੀ ਇੱਕ ਚੈਪਟਰ 'ਚ ਕਵਰ ਕੀਤੀਆਂ ਹੋਈਆਂ ਨੇ। ਬਟ ਆਈ ਵੁੱਡ ਸੁਜੈਸਟ ਕਿ ਤੁਸੀਂ ਸਿੰਪਲੀ ਇਹਦੇ ਨੋਟਸ ਬਣਾ ਲਓ, ਆਪਣੇ ਇਹਨਾਂ ਦੀਆਂ ਵੈਬਸਾਈਟਸ 'ਤੇ ਜਾਓ, ਇਹਨਾਂ ਦੀ ਅਬਾਊਟ ਅਸ ਇਨਫੋਰਮੇਸ਼ਨ 'ਚ ਜਾ ਕੇ ਇੱਕ ਪੇਜ ਇਹਨਾਂ ਦੇ ਬਾਰੇ ਉੱਥੋਂ ਦੀ ਪੜ੍ਹ ਲਓ, ਉਹ ਕਾਫੀ ਸਫੀਸ਼ੀਐਂਟ ਹੋ ਜਾਏਗਾ। ਬਾਕੀ ਜੇ ਤੁਸੀਂ ਕਰੰਟ ਅਫੇਅਰਸ ਰੈਗੂਲਰਲੀ ਪੜ੍ਹ ਰਹੇ ਹੋ, ਇਹ ਸਾਰੀਆਂ ਆਰਗੇਨਾਈਜੇਸ਼ਨਸ ਦੇ ਬਾਰੇ
ਹਰ ਮੰਥ ਕੁਛ ਨਾ ਕੁਛ ਇਨਫੋਰਮੇਸ਼ਨ ਆਈ ਹੀ ਹੁੰਦੀ ਹੈ। ਤਾਂ ਕਰੰਟ ਅਫੇਅਰ ਮੈਗਜ਼ੀਨਸ ਤੁਸੀਂ ਕੋਈ ਵੀ ਫੋਲੋ ਜਿਹੜੀ ਵੀ ਕਰ ਰਹੇ ਹੋ, ਵਿਜ਼ਨ ਦੀ ਹੋਗੀ, ਇਨਸਾਈਟਸ ਦੀ ਹੋਗੀ, ਉਹਨਾਂ ਵਿੱਚ ਤੁਹਾਨੂੰ ਇਹ ਆਮ ਦੇਖਣ ਨੂੰ ਮਿਲ ਜਾਏਗਾ। ਤਾਂ ਤੁਹਾਡਾ ਇਹ ਕਰੰਟ ਅਫੇਅਰ ਦੇ ਨਾਲ ਹੀ ਕਵਰ ਹੋ ਜਾਏਗਾ। ਠੀਕ ਹੈ ਜੀ, ਅੱਗੇ ਚੱਲਦੇ ਆ ਇੰਡੀਅਨ ਪੋਲਿਟੀ। ਇਹ ਪਰਸਨਲੀ ਮੇਰਾ ਫੇਵਰੇਟ ਸਬਜੈਕਟ ਹੈ। ਤੇ ਪੋਲੀਟੀਕਲ ਸਾਇੰਸ ਜਦੋਂ ਕੋਈ ਵੀ ਨੋਨ ਹਿਊਮੈਨਿਟੀਜ਼ ਬੈਕਗਰਾਊਂਡ ਵਾਲਾ ਪੜ੍ਹਦਾ ਤਾਂ ਉਹਨੂੰ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਪਹਿਲੀ ਵਾਰ ਲਾਈਫ 'ਚ ਤੁਸੀਂ ਕੌਨਸਟੀਟਿਊਸ਼ਨ ਪੜ੍ਹ ਰਹੇ ਹੁੰਦੇ ਹੋ। ਤਾਂ ਇਹ ਚੀਜ਼ਾਂ ਤੁਸੀਂ ਆਈ ਵੁੱਡ ਸੇ ਅਗਰ ਬੇਸਿਕਸ ਕਲੀਅਰ ਕਰਨੇ ਹੈ ਤਾਂ ਸਭ ਤੋਂ ਪਹਿਲਾਂ +1 ਦੀ ਇੰਡੀਅਨ ਕੌਨਸਟੀਟਿਊਸ਼ਨ ਬੁੱਕ ਹੈ NCERT ਪੋਲੀਟੀਕਲ ਸਾਇੰਸ ਦੀ, ਉਹ ਜ਼ਰੂਰ ਪੜ੍ਹੋ। ਉਹਦੇ ਨਾਲ ਤੁਹਾਡੇ ਕਾਫੀ ਬੇਸਿਕਸ ਕਲੀਅਰ ਹੋ ਜਾਣਗੇ। ਉਸ ਤੋਂ ਬਾਅਦ ਬੈਸਟ ਬੁੱਕ ਇਹਦੀ ਲਕਸ਼ਮੀਕਾਂਤ ਹੀ ਹੈ, M ਲਕਸ਼ਮੀਕਾਂਤ ਬੁੱਕ ਹੈ ਇੰਡੀਅਨ ਪੋਲਿਟੀ ਦੀ। ਇਹਦਾ ਲੇਟੈਸਟ ਵਰਜ਼ਨ ਜਿਹੜਾ ਵੀ ਚੱਲ ਰਿਹਾ ਤੁਸੀਂ ਉਹ ਖਰੀਦ ਲਓ। ਇਹ ਬਾਈਬਲ ਹੈ ਪੋਲਿਟੀ ਦੀ। ਬਾਕੀ ਕਵਰ ਟੂ ਕਵਰ ਉਹ ਵੀ ਪੜ੍ਹਨ ਦੀ ਲੋੜ ਨਹੀਂ ਹੈ, ਬਹੁਤ ਬਲਕੀ ਕਰਤੀ ਹੈ ਉਹਨਾਂ ਨੇ ਬੁੱਕ। ਕੁਝ ਚੀਜ਼ਾਂ ਤੁਸੀਂ ਟੌਪਿਕਸ ਦੇ ਹਿਸਾਬ ਨਾਲ ਸਕਿਪ ਆਊਟ ਕਰ ਸਕਦੇ ਹੋ। ਤੇ ਵੈਸੇ ਕਾਫੀ ਗੁੱਡ ਬੁੱਕ ਹੈ ਓਵਰਆਲ ਇਹ ਰੀਡ ਕਰਨ ਵਾਸਤੇ। ਉਸ ਤੋਂ ਬਾਅਦ ਆ ਗਿਆ ਜੀ ਹਿਸਟਰੀ। ਹੁਣ ਹਿਸਟਰੀ ਦੇਖਣ 'ਚ ਬੜਾ ਨੋਰਮਲ ਜਿਹਾ ਸਬਜੈਕਟ ਲੱਗਦਾ ਵਾ, ਲੇਕਿਨ ਕਾਫੀ ਜ਼ਿਆਦਾ ਵਾਈਡ ਇਹ ਸਬਜੈਕਟ ਆਪਣੇ ਕੋਲ ਹੈਗਾ ਵਾ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਜਿਹੜੀ ਹੈ ਏਂਸ਼ੀਐਂਟ ਵੀ ਆ ਜਾਂਦੀ ਹੈ, ਮੈਡੀਵੀਅਲ ਵੀ ਆ ਜਾਂਦੀ ਹੈ, ਠੀਕ ਹੈ ਜੀ, ਮਾਡਰਨ ਇੰਡੀਆ ਵੀ ਆ ਜਾਂਦੀ ਹੈ, ਤੇ ਹੋਰ ਤਾਂ ਹੋਰ UPSC 'ਚ ਵਰਲਡ ਹਿਸਟਰੀ ਸਿਰਫ ਮੇਨਸ 'ਚ ਹੈ, ਇਹ 'ਚ ਪ੍ਰੀਲਿਮ 'ਚ ਵੀ ਹੈਗੀ ਹੈ ਤੇ ਕੁਐਸਚਨਸ ਵੀ ਆਏ ਹੋਏ ਨੇ। ਤਾਂ ਇਹ ਦੇਖਣ 'ਚ ਇੱਕ ਸਬਜੈਕਟ ਹੈ ਪਰ ਐਕਚੁਅਲ 'ਚ 4 ਸਬਜੈਕਟ ਬਣ ਜਾਂਦੇ ਆ, ਤੇ ਚਾਰਾਂ ਨੂੰ ਕਾਫੀ ਐਕਸਟੈਂਸਿਵਲੀ ਆਪਾਂ ਨੂੰ ਦੇਖਣਾ ਪੈਂਦਾ। ਬਟ ਆਈ ਵੁੱਡ ਸੇ NCERTs ਜਾਓਗੇ ਬਹੁਤ ਬਲਕੀ ਨੇ ਓਲਡ NCERTs, ਤਾਂ ਆਈ ਵੁੱਡ ਸੇ ਤੁਸੀਂ ਏਂਸ਼ੀਐਂਟ ਤੇ ਮੈਡੀਵੀਅਲ ਤਾਂ ਤਮਿਲਨਾਡੂ ਬੋਰਡ ਦੀ ਬੁੱਕ ਆਉਂਦੀ ਹੈ, ਤਮਿਲਨਾਡੂ ਬੋਰਡ ਦੀ +1 ਦੀ ਬੁੱਕ ਹੈਗੀ ਹੈ, +1 +2 ਦੀ ਹਿਸਟਰੀ ਦੀ ਬੁੱਕ। ਤਾਂ ਇੱਕ ਬੁੱਕ ਦੇ ਵਿੱਚ ਏਂਸ਼ੀਐਂਟ ਮੈਡੀਵੀਅਲ ਕਵਰ ਕਰ ਸਕਦੇ ਹੋ, ਇੱਕ ਬੁੱਕ ਦੇ ਵਿੱਚ ਵਰਲਡ ਹਿਸਟਰੀ ਕਵਰ ਹੈ, ਉਹ ਉੱਥੋਂ ਕਵਰ ਕਰ ਲਓ। ਮਾਡਰਨ ਹਿਸਟਰੀ ਆਈ ਵੁੱਡ ਸੇ ਤੁਸੀਂ ਸਪੈਕਟਰਮ ਪਬਲੀਕੇਸ਼ਨ ਦੀ ਬੁੱਕ ਆਉਂਦੀ ਹੈ, ਰਾਜੀਵ ਅਹੀਰ ਸਰ ਨੇ ਲਿਖੀ ਹੈ, ਇਹ ਵਾਲੀ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ। ਤੇ ਇਹ ਸਾਰੇ ਟੌਪਿਕਸ ਜਿਹੜੇ ਨੇ ਮਾਡਰਨ ਇੰਡੀਆ ਦੇ ਉਹਦੇ ਵਿੱਚ ਕਵਰ ਹੋ ਜਾਣਗੇ। ਠੀਕ ਹੈ ਜੀ, ਅੱਗੇ ਚਲੀਏ ਆਪਾਂ। ਤਾਂ ਉਸ ਤੋਂ ਬਾਅਦ ਆ ਜਾਂਦੀ ਹੈ ਆਪਣੇ ਕੋਲ ਇੰਡੀਅਨ ਇਕੋਨਮੀ। ਹਿਸਟਰੀ ਤੋਂ ਬਾਅਦ ਆ ਗਈ ਆਪਣੀ ਇੰਡੀਅਨ ਇਕੋਨਮੀ। ਤਾਂ ਇੰਡੀਅਨ ਇਕੋਨਮੀ ਦੇ ਵਿੱਚ NCERTs ਦੇ ਹੀ ਆ ਸਾਰੇ ਚੈਪਟਰ ਇਹਨਾਂ ਨੇ ਚੱਕੇ ਹੋਏ ਨੇ। ਇੰਡੀਅਨ ਇਕਨੋਮਿਕ ਡਿਵੈਲਪਮੈਂਟ, 5 ਈਅਰ ਪਲਾਨਸ, LPG, ਇਹ ਸਾਰੇ +1 ਦੀ +2 ਦੀ ਜਿਹੜੀ ਅੱਜ ਕੱਲ੍ਹ +2 ਦੀ ਇੰਡੀਅਨ ਇਕੋਨਮੀ ਦੀ NCERT ਦੀ ਬੁੱਕ ਹੈ ਉਹਦੇ ਹੀ ਚੈਪਟਰਸ ਨੇ। ਪਰ ਐਕਚੁਅਲ 'ਚ ਕੁਐਸਚਨ ਡਾਇਰੈਕਟ NCERTs 'ਚੋਂ ਘੱਟ ਪੁੱਛੇ ਜਾਂਦੇ ਨੇ, ਕਰੰਟ ਅਫੇਅਰਸ ਤੋਂ ਹੀ ਜ਼ਿਆਦਾ ਪੁੱਛੇ ਜਾਂਦੇ ਨੇ। ਤਾਂ ਆਈ ਵੁੱਡ ਸੇ ਕਰੰਟ ਅਫੇਅਰਸ ਤਾਂ ਇਹਦੇ ਵਾਸਤੇ ਜ਼ਰੂਰ ਪੜ੍ਹੋ ਹੀ ਪੜ੍ਹੋ, ਮੋਸਟ ਇੰਪੋਰਟੈਂਟ। +1 +2 ਦੀ NCERT ਇੱਕ ਵਾਰੀ ਦੇਖ ਲਓ, ਉਹਦੇ ਨਾਲ ਤੁਹਾਡੇ ਬੇਸਿਕਸ ਕਲੀਅਰ ਹੋ ਜਾਣਗੇ। ਉਸ ਤੋਂ ਬਾਅਦ ਮਰੂਨਾਲ ਸਰ ਦੀ ਬੁੱਕ ਹੈਗੀ ਹੈ ਇਕੋਨਮੀ ਦੇ, ਇਹਨਾਂ ਦੇ ਲੈਕਚਰਸ ਵੀ ਹੈਗੇ ਆ ਪਰ ਇਹਨਾਂ ਦੀ ਆਪਣੇ ਨੋਟਸ ਵੀ ਹੈਗੇ ਆ, ਕਾਫੀ ਬਲਕੀ ਨੇ, 400-500 ਪੇਜ ਦੇ ਨੇ। ਪਰ ਆਈ ਵੁੱਡ ਸੇ ਬਹੁਤ ਅੱਛੀ ਬੁੱਕ ਲਿਖੀ ਹੋਈ ਆ ਉਹਨਾਂ ਨੇ, ਕੱਲੀ ਚੀਜ਼ ਨੂੰ ਬਹੁਤ ਡਿਟੇਲ ਦੇ ਵਿੱਚ ਕਵਰ ਕੀਤਾ ਹੋਇਆ। ਇਹ ਜੇ ਤੁਸੀਂ ਇੱਕ ਵਾਰੀ ਪੜ੍ਹ ਲਓਗੇ ਪ੍ਰੀ ਮੇਨਸ ਤੁਹਾਡਾ ਆਲਮੋਸਟ ਸਾਰਾ ਇਹਦੇ ਤੋਂ ਕਵਰ ਹੋ ਜਾਏਗਾ। ਪਰ ਓਬਵੀਅਸਲੀ ਅਗੇਨ ਆਈ ਐਮ ਸੇਇੰਗ ਕਰੰਟ ਅਫੇਅਰਸ ਹੀ ਇਹਦੇ ਵਿੱਚ ਕੀ ਨੇ, ਉਹ ਤੁਸੀਂ ਇਹਨੂੰ ਕੰਸਿਸਟੈਂਟਲੀ ਫੋਲੋ ਕਰਦੇ ਰਹੋ। ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਆਪਾਂ ਜੋਗ੍ਰਾਫੀ ਤੇ। ਜੋਗ੍ਰਾਫੀ ਵਾਸਤੇ ਦੇਖੋ ਜੀ ਬਹੁਤ ਸਾਰੇ ਲੋਕ ਇੱਧਰ ਉੱਧਰ ਬੁੱਕਸ ਭਟਕਦੇ ਹੈ ਤੇ ਬਹੁਤ ਸਾਰੀਆਂ ਬੁੱਕਸ ਫੋਲੋ ਕਰਦੇ ਆ, ਛੱਡਦੇ ਆ। ਬਟ ਆਈ ਵੁੱਡ ਸੇ ਕਿ ਅਗਰ ਤੁਸੀਂ ਜੇ +1 +2 ਦੀ NCERT ਬੁੱਕ ਫੋਲੋ ਕਰਦੇ ਪਏ ਹੋ ਤਾਂ ਉਹ ਮੋਰ ਦੈਨ ਸਫੀਸ਼ੀਐਂਟ ਹੈ। ਜੇ ਤੁਹਾਡੇ ਬੇਸਿਕਸ ਉੱਥੋਂ ਨਹੀਂ ਕਲੀਅਰ ਹੋ ਰਹੇ ਤਾਂ ਆਈ ਵੁੱਡ ਸੇ ਤੁਸੀਂ 6th to 12th ਦੀਆਂ NCERTs ਪੜ੍ਹ ਲਓ, ਉਹਦੇ ਨਾਲ ਤੁਹਾਡੇ ਸਾਰੇ ਕਵਰ ਹੋ ਜਾਣਗੇ। ਪਰ +1 +2 ਦੀ ਤਾਂ ਮੋਸਟ ਇੰਪੋਰਟੈਂਟ ਹੈ। 4 ਬੁੱਕਸ ਨੇ +1 +2 NCERTs ਦੀਆਂ, ਉਹ ਇਹਦੇ ਵਾਸਤੇ ਕਾਫੀ ਇੰਪੋਰਟੈਂਟ ਹੋ ਜਾਂਦੀਆਂ ਨੇ। ਓਕੇ ਜੀ, ਉਸ ਤੋਂ ਬਾਅਦ ਆ ਜਾਂਦੇ ਆਪਣੇ ਕੋਲ ਕਰੰਟ ਅਫੇਅਰਸ। ਕੋਈ ਵੀ ਇੱਕ ਨਿਊਜ਼ਪੇਪਰ ਤੁਸੀਂ ਰੈਗੂਲਰਲੀ ਫੋਲੋ ਕਰਨਾ ਵਾ। ਮੈਂ ਸ਼ੁਰੂ ਤੋਂ ਦ ਹਿੰਦੂ ਫੋਲੋ ਕਰਦਾ ਆ ਰਿਹਾ ਸੀ, ਉਹ ਤਾਂ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਐਡੀਟੋਰੀਅਲਸ ਕਾਫੀ ਅੱਛੇ ਹੁੰਦੇ ਆ, ਵਰਲਡ ਨਿਊਜ਼ ਕਾਫੀ ਅੱਛੀ ਹੁੰਦੀ ਹੈ। ਪਰ PCS ਵਾਸਤੇ ਤੁਹਾਨੂੰ ਬੇਸਿਕ ਪੰਜਾਬ ਦੀ ਇਨਫੋਰਮੇਸ਼ਨ ਤੇ ਉਹ ਸਭ ਵੀ ਅੱਛੀ ਚਾਹੀਦੀ ਹੈ, ਤਾਂ ਉਹ ਤੁਹਾਨੂੰ ਦ ਟ੍ਰਿਬਿਊਨ ਤੋਂ ਮਿਲ ਜਾਏਗੀ। ਤਾਂ ਜਾਂ ਤਾਂ ਤੁਸੀਂ ਇਹ ਦੋਨੋਂ ਨਿਊਜ਼ਪੇਪਰ ਕਲੱਬ ਕਰ ਸਕਦੇ ਹੋ, ਪਰ ਟ੍ਰਿਬਿਊਨ ਤਾਂ ਤੁਹਾਨੂੰ ਪੜ੍ਹਨਾ ਹੀ ਪਊਗਾ ਕਿਉਂਕਿ ਇਹ ਇੰਟਰਵਿਊ, ਪ੍ਰੀ ਮੇਨਸ, ਤਿੰਨਾਂ 'ਚ ਤੁਹਾਨੂੰ ਨਿਊਜ਼ਪੇਪਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਕੰਮ ਆਉਣਾ ਹੀ ਆਉਣਾ। ਲਾਸਟ ਪਾਰਟ ਆ ਜਾਂਦਾ ਆਪਣੇ ਕੋਲ ਪੰਜਾਬ ਦਾ। ਤਾਂ ਪੰਜਾਬ ਦਾ ਜਿਹੜਾ ਸੈਕਸ਼ਨ ਹੈ ਇਹ ਜਨਰਲੀ ਸਾਰੇ ਲੋਕੀ ਸਾਡਾ ਪੰਜਾਬ ਬੁੱਕ ਪੜ੍ਹਦੇ ਨੇ, ਜਿਹੜੀ ਮਨੀਸ਼ ਜਿੰਦਲ ਸਰ ਨੇ ਲਿਖੀ ਹੋਈ ਹੈ। ਤੇ ਇਹ ਵਾਲੀ ਬੁੱਕ ਤਾਂ ਤੁਸੀਂ ਪੜ੍ਹ ਹੀ ਸਕਦੇ ਹੋ, ਪਲੱਸ ਇਹਦੇ ਨਾਲ ਤੁਹਾਨੂੰ ਕੁਝ ਹੋਰ ਚੀਜ਼ਾਂ ਇੱਧਰੋਂ ਉੱਧਰੋਂ ਵੀ ਮਿਲ ਜਾਣਗੀਆਂ, ਜਿੱਦਾਂ ਪੰਜਾਬ ਬੋਰਡ ਦੀ NCERTs ਹੋ ਗਈਆਂ, ਪੰਜਾਬ ਦਾ ਇਕਨੋਮਿਕ ਸਰਵੇ ਹੋ ਗਿਆ, ਤੇ ਥੋੜ੍ਹਾ ਬਹੁਤ ਤੁਹਾਨੂੰ ਔਨਲਾਈਨ ਰਿਸਰਚ ਕਰਨਾ ਪਏਗਾ। ਪਾਸਟ ਈਅਰ ਦੇ ਪੇਪਰਸ ਦੇ ਹਿਸਾਬ ਨਾਲ ਤੁਹਾਨੂੰ ਇਹ ਸਟੱਡੀ ਕਰਨੀ ਪਏਗੀ। ਪਰ ਨਾ ਇਹ ਵਾਲੀ ਬੁੱਕ ਦੇ ਵਿੱਚ ਕਾਫੀ ਕੁਝ ਹੈਂਡੀ ਚੀਜ਼ਾਂ ਦਿੱਤੀਆਂ ਹੋਈਆਂ ਜਿਹੜੀਆਂ ਤੁਸੀਂ ਇੱਥੋਂ ਦੀ ਕਵਰ ਕਰ ਸਕਦੇ ਹੋ।
ठीक है जी। ये होगी प्रीलिम के पहले पेपर की गल, जिहड़ा कि है जनरल स्टडीज़। जनरल स्टडीज़ के मोटे मोटे आप 9 हैड्स देख ले। 200 नंबर का वो पेपर है, 200 नंबर का ही सी सैट का पेपर है। सी सैट क्योंकि PCS के कंपलसरी है, वो भी नंबर कट ऑफ च जुड़ते हैं, तो तुम सी सैट भी बिल्कुल भी इग्नोर नहीं कर सकते। सी सैट के 5 चीज़ा है अपने को, इंग्लिश कॉम्प्रीहेंशन, पंजाबी का कॉम्प्रीहेंशन, ये कोई भी तुम ग्रामर बुक तो देख सकते हो। उस तो बाद अपने को है कम्यूनीकेशन स्किल्स, ये पुराने सालों बहुत पूछा ये तो। ये तुसी कोई भी कम्यूनीकेशन का चैप्टर, जिदा मैं परसनली CA कर रहा सी, तो मेरे IPCC CA इंटर के सिलेबस से सीगा, तो तुसी ICAI की वैबसाइट से जाके भी कम्यूनीकेशन का चैप्टर जोड़ा है डाउनलोड कर सकते हो। उस भी काफ़ी अच्छा दिता होया है। नहीं तो तुसी किसी भी इंग्लिश की बुक च या ईवन बिजनेस स्टडीज़ की बुक के भी तो बेसिक कम्यूनीकेशन के चैप्टर्स मिल जाते हैं, उत्थों तुसी ये चीज़ कर सकते हो। बाकी सारा जो मैथमेटिक्स का काम रह गया, लॉजिकल रीजनिंग होगी, डेटा इंटरप्रिटेशन होगी, डेटा एनालिसिस हो गया, ये सारिया चीज़ां प्रैक्टिस नहीं आंदियां ने। आई होप तुसी 9th 10th तो सारिया ने मैथ्स की हुई है। ये वही वाली सारिया चीज़ां ने, ये जिन्ने क्वेश्चन प्रैक्टिस करते रहोगे, जिन्ने मॉक टेस्ट लेंदे रहोगे, उन्ना तुसी कंफर्टेबल होंदे रहोगे। पर ये नॉन नैगोशिएबल है जी, ये मेक और ब्रेक कर दिंदी है। बहुत सारे लोग सी सैट च बहुत अच्छा स्कोर करके वधिया नंबर लै जाते हैं तो कट ऑफ क्लीयर कर जाते हैं। तो तुसी इनू नॉन नैगोशिएबल रखो। ऑल्दो ये भी र्यूमर्स ने कि सी सैट का पेपर UPSC की तरह कंपलसरी हट जे, तो सिर्फ जनरल स्टडीज़ की वैल्यू रह जे। तो जनरल स्टडीज़ तो बिल्कुल इग्नोर करना ही नहीं है, क्योंकि जनरल स्टडीज़ तो मेन्स च भी काम आना है, ये तो इत्थे तक ही रह जाना है। तो ये फोकस करना है फॉर द टाइम बिंग, जब तक ये कंपलसरी सबजैक्ट है। उस तो बाद तुसी बेसिक प्रैक्टिस ना भी इनू कढ़ सकते हो। ओके जी, हुण आपां चलदे हां मेन्स वाले पासे। प्रीलिम का आपां काम खत्म कर लिया। प्रीलिम तुहानूं पहलां भी दस्सिया सी सिर्फ स्क्रीनिंग टेस्ट है, तो प्रीलिम्स नूं इन्ना ओवरडू ना कर जिओ कि तुसी मेन्स नूं इग्नोर कर जाओ, क्योंकि ये मेन्स है जी 1350 नंबर का, तो ये बेसिस ते ही तुहाडी रैंक बननी है। ये बेसिस ते ही तुहानूं कैडर तो नहीं ये, पर सर्विस एलोकेशन तुहानूं नंबरां दे बेसिस ते होनी है। तो ये चीज़ नूं बहुत इग्नोर नहीं करना बिल्कुल भी। सब तो पहला गल कर लेते हैं लैंगुएज पेपरों की, इंग्लिश तो पंजाबी की। मैं परसनली इंग्लिश पंजाबी नूं बहुत लाइटली लिता, क्योंकि UPSC दे विच ये कंपलसरी सबजैक्ट्स नहीं है, पर इत्थे कंपलसरी ने 100 नंबर के दोनों पेपर ने। तो इंग्लिश नूं पंजाबी नूं बहुत वधिया तरीके नाल करके जाओ, इस तुहाडे वधिया नंबर आ गए, तुहाडी रैंक काफ़ी क्लोज आ जाती है। तो इंग्लिश के विच देखो जी 50 नंबर का तो तुहाडा राइटिंग सैक्शन ही है, जिस लैटर, एसे, कॉम्प्रीहेंशन, प्रिसाइज राइटिंग, ये तुसी नॉर्मल प्रैक्टिस कर सकते हो किसी भी तरीके ना। एसे वगैरह तो आप देखो वैसे भी प्रिपेयर कर रहे होंगे, क्योंकि पूरा फुल फ्लैजड पेपर है। तो लैटर राइटिंग का तुसी बस फॉर्मैट ही देखना होंगे, अंदर आप सारे लिख ही लें, वो ठीक है। पर ग्रामर वाला सैक्शन ये बहुत इंपॉर्टेंट हो जाता है। हुण ये वास्ते तुसी पास्ट ईयर पेपर जरूर देखो। पास्ट ईयर के तुहानूं समझ आएगा कि वो किद्दां दे वर्ड मीनिंग्स पूछ रहे हैं, वो किद्दां दे होर ग्रामर दे विचों टॉपिक्स पूछ रहे हैं। वो टॉपिक्स नूं बहुत अच्छी तरह प्रिपेयर कर लो। ये 50 चों 40 भी नंबर लै सकते हो, या 45 भी लै सकते हो। ये फिर नंबर कट्टे जाएंगे, 10 चों तुहानूं ऐसे हो सकता है 5-6 तो वध ना मिलन, पर ये नंबर कट्टन का स्कोप नहीं बचता। तो ये चीज़ नूं बहुत ध्यान नाल फॉलो करो। कोई भी ग्रामर बुक तुसी इहदे नाल पढ़ सकते हो, पर मैनू मेरे फ्रेंड ने रैफर की सी 8th क्लास की ICSE की बुक हैगी है जी, रैन एंड मार्टिन दी। ये कहते हैं जी ये काफ़ी अच्छी बुक है। मैं परसनली तो नहीं फॉलो की, मैं बेसिक तुहानूं दस्सिया इंग्लिश पंजाबी मैं नॉर्मल ग्रामर बुक तो ही पढ़ के गया सी, पर तुसी जरूर ये बुक देखो तो तुहानूं इहदे विचों अच्छा स्कोप मिल जाएगा। उस तो बाद आप गल करिए जे पंजाबी की, तो पंजाबी का भी सेम ही पैटर्न है। 50 नंबर का राइटिंग सैक्शन है, 50 नंबर की ग्रामर है। राइटिंग सैक्शन तुसी बेसिक लिख के देखते रहो, क्योंकि पंजाबी लिखे कई बार काफ़ी टाइम हो गया होंदा है, तो बंदा उन्ना कंफर्टेबल नहीं होंदा पेपर लिखण च। तो आई वुड से रोज़ का एक अद्धा पेज लिख लिया जो भी प्रिपरेशन कर रहे हो, ये तुहानूं इहदे विच हैल्प कर जाएगा। अगेन इहदे विच मेक और ब्रेक वाला पार्ट आ जाता है ग्रामर दे विच, क्योंकि उपरले पार्ट दे विच रिडक्शन हुंदी है, 10 चों 6-7 उपर नंबर नहीं मिलने, पर व्याकरण दे विच तुहाडे कोल वधिया स्कोप है। तो कुछ टॉपिक्स जिद्दां मुहावरे, अखान, ये काफ़ी बार रिपीट भी हो रहे हैं, तो जेनरिक भी आते रहे। तो इन्हां ते तुसी वधिया पकड़ बना लो। अगेन पास्ट ईयर पेपर देखो तुहानूं, क्योंकि पेपर वालियां ने तो नहीं लिखिया होया कि व्याकरण दे विचों की पुछणगे, पर पास्ट ईयर पेपर तुसी देखोगे तो तुहानूं समझ आ जाएगा कि यही 4-5 चीज़ां वो हर साल पूछ रहे हैं। तो वो तुसी उत्थों दी देख के अच्छे तरीके नाल कर सकते हो। बाकी उपर वाले तुसी बेसिक प्रैक्टिस नाल इनू चलाते जाओ।
ਹੁਣ ਆ ਜਾਂਦੇ ਆ जी मेन पेपरां 'ਚ ਜਿਹੜੇ कि अपने 4 जनरल स्टडीज़ ਦੇ 250-250 नंबर ਦੇ पेपर ने, 1000 नंबर बहुत इंपॉर्टेंट हो जाते हैं। ਇਹਦੇ ਵਿੱਚ ਮੈਜੋਰਿਟੀ ਚੀਜ਼ਾਂ ਤਾਂ UPSC ਵਾਲੀਆਂ ਸੇਮ ਹੀ ਨੇ, ਜਿੱਦਾਂ ਕਿ ਜਨਰਲ ਸਟੱਡੀਜ਼ 1 'ਚ ਹਿਸਟਰੀ, ਜੀਓਗ੍ਰਾਫੀ ਤੇ ਸੋਸਾਇਟੀ ਕਵਰਡ ਹੈ। ਅਗੇਨ ਆਪਣੇ ਸੋਰਸਿਸ ਸਿਮਿਲਰ ਹੀ ਰਹਿੰਦੇ ਨੇ। ਵਰਲਡ ਜੀਓਗ੍ਰਾਫੀ ਤੁਸੀਂ ਬੇਸਿਕ ਉੱਥੋਂ ਦੀ ਪੜ੍ਹੀ ਹੋਊਗੀ ਤਮਿਲਨਾਡੂ ਬੋਰਡ ਤੋਂ, ਆਪਣੀ ਪ੍ਰੀਲਿਮ ਵਾਰੀ। ਮੇਨਸ ਵਾਰੀ ਤੁਸੀਂ ਨਾਲ ਇੱਕ ਵਿਜ਼ਨ ਦਾ ਮੋਡਿਊਲ ਦੇਖ ਸਕਦੇ ਹੋ। ਜਿੱਦਾਂ ਮੈਂ ਪਰਸਨਲੀ ਵਿਜ਼ਨ ਦੀ ਟੈਸਟ ਸੀਰੀਜ਼ ਲਿੱਤੀ ਸੀ ਤਾਂ ਮੈਂ ਵਿਜ਼ਨ ਦੇ ਬਹੁਤ ਸਾਰੇ ਮੋਡਿਊਲਸ ਦੇਖੇ ਸੀਗੇ। ਤੁਸੀਂ ਵਾਜੀਰਾਮ ਦੇ ਮੋਡਿਊਲਸ, ਦ੍ਰਿਸ਼ਟੀ IAS ਦੇ ਮੋਡਿਊਲਸ ਜਿਹੜੇ ਵੀ ਤੁਸੀਂ ਫੋਲੋ ਕਰ ਰਹੇ ਹੋ ਉਹ ਫੋਲੋ ਕਰ ਸਕਦੇ ਹੋ, ਕਿਉਂਕਿ ਮੇਨਸ ਦੇ ਵਿੱਚ ਕੀ ਹੁੰਦਾ ਵਾ ਕਿ ਆਪਾਂ ਆਨਸਰ ਰਾਈਟਿੰਗ ਕਰਨੀ ਹੈ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਉੱਦਾਂ ਦਾ ਕੰਟੈਂਟ ਚਾਹੀਦਾ ਹੁੰਦਾ ਵਾ ਕਿ ਆਪਾਂ ਲਿਖ ਕੇ ਚੀਜ਼ਾਂ ਦੇਖ ਸਕੀਏ। ਬਾਕੀ ਅਗੇਨ ਪਾਸਟ ਈਅਰ ਪੇਪਰ ਬਹੁਤ ਇੰਪੋਰਟੈਂਟ ਨੇ ਮੇਨਸ ਦੇ ਵਿੱਚ। ਜਿੰਨੇ ਤੁਸੀਂ ਪਾਸਟ ਈਅਰ ਪੇਪਰ ਦੇਖੋਗੇ, ਜਿੰਨਾ ਤੁਸੀਂ ਸਿਲੇਬਸ ਨੂੰ ਬਾਰ-ਬਾਰ ਦੇਖੋਗੇ, ਤੁਹਾਨੂੰ ਇਹ ਗੱਲ ਸਮਝ ਆਉਂਦੀ ਰਹੇਗੀ ਕਿ ਦੋਨਾਂ ਨੂੰ ਆਪਾਂ ਮਿਕਸ ਐਂਡ ਮੈਚ ਕਿੱਦਾਂ ਕਰਨਾ ਵਾ, ਕਿਹੜੇ ਟੌਪਿਕਸ 'ਤੇ ਜ਼ਿਆਦਾ ਫੋਕਸ ਕਰਨਾ ਹੈ, ਕਿਹੜੇ 'ਤੇ ਘੱਟ ਕਰਨਾ ਹੈ। ਬਹੁਤ ਵਾਰੇ ਬੱਚਿਆਂ ਨਾਲ ਹੋ ਜਾਂਦਾ ਹੈ ਕਿ ਰੋਮੈਂਟੀਸਾਈਜੇਸ਼ਨ 'ਚ ਚਲੇ ਜਾਂਦੇ ਆ। ਜਿੱਦਾਂ ਮੈਨੂੰ ਪੋਲੀਟੀਕਲ ਸਾਇੰਸ ਬਹੁਤ ਪਸੰਦ ਸੀ ਤਾਂ ਮੈਂ ਪੋਲੀਟੀਕਲ ਸਾਇੰਸ ਦੀਆਂ 4 ਕਿਤਾਬਾਂ ਪੜ੍ਹ ਲਈਆਂ। ਕਲਚਰ 'ਚ ਘੱਟ ਫੋਕਸ ਕਰਤਾ, ਹਿਸਟਰੀ 'ਚ ਘੱਟ ਫੋਕਸ ਕਰਤਾ। ਪਰ ਇਹ ਚੀਜ਼ ਨਾ ਕਰੋ, ਇਹ ਗਲਤੀ ਬਿਲਕੁਲ ਨਾ ਕਰੋ। ਇਹਨੂੰ ਬਿਲਕੁਲ ਇੱਕ ਅਕੈਡਮਿਕ ਸਬਜੈਕਟ ਦੀ ਤਰ੍ਹਾਂ ਲਓ। ਇਹ ਜਨਰਲ ਸਟੱਡੀਜ਼ ਨੇ, ਤੁਸੀਂ ਮਾਸਟਰੀ ਨਹੀਂ ਕਰਨੀ ਇਹ ਸਬਜੈਕਟਾਂ ਦੇ ਵਿੱਚ। ਰੋਮੈਂਟੀਸਾਈਜ਼ ਨਹੀਂ ਕਰਨਾ ਕਿਸੇ ਵੀ ਚੀਜ਼ ਨੂੰ। ਹਰ ਚੀਜ਼ ਨੂੰ ਉਹਦੇ ਬੇਸਿਕਸ ਸਮਝੋ, ਪਾਸਟ ਈਅਰ 'ਚ ਕਿੱਦਾਂ ਦੇ ਕੁਐਸਚਨ ਆ ਰਹੇ ਨੇ ਉਹਨਾਂ ਨੂੰ ਸਮਝੋ ਅਤੇ ਆਪਣੀ ਤਿਆਰੀ ਨੂੰ ਅੱਗੇ ਵਧਾਓ। ਮਲਟੀਪਲ ਪ੍ਰੈਕਟਿਸਿਸ ਕਰੋ। ਵਰਲਡ ਹਿਸਟਰੀ ਤੁਹਾਡਾ ਉਹਦੇ ਵਿੱਚੋਂ ਹੋ ਜਾਏਗਾ। ਉਸ ਤੋਂ ਬਾਅਦ ਕੁਝ ਟਰਮਸ ਹੈਗੀਆਂ ਨੇ ਜੀ, ਕਮਿਊਨਿਜ਼ਮ, ਕੈਪੀਟਲਿਜ਼ਮ, ਸੋਸ਼ਲਿਜ਼ਮ। ਇਹ ਤੁਹਾਨੂੰ ਸਾਰੀਆਂ ਵਿਜ਼ਨ ਦੇ ਮੋਡਿਊਲਸ ਵੀ ਸੈਪਰੇਟਲੀ ਹੈਗੇ ਨੇ। ਜੇ ਤੁਸੀਂ ਸੋਸਾਇਟੀ ਦੀ +2 ਦੀ ਬੁੱਕਸ ਪੜ੍ਹੋਗੇ, +2 ਸੋਸਾਇਟੀ ਦੀਆਂ ਬੁੱਕਸ ਪੜ੍ਹੋਗੇ NCERT, ਉਹਦੇ ਵਿੱਚ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਪਲੱਸ ਪੋਲੀਟੀਕਲ ਸਾਇੰਸ ਦੇ ਵਿੱਚ ਵੀ ਤੁਸੀਂ ਇਹ ਬਾਰ-ਬਾਰ ਚੀਜ਼ਾਂ ਪੜ੍ਹੋਗੇ। ਇੰਡੀਅਨ ਇਕੋਨਮੀ ਦੇ ਵਿੱਚ ਵੀ ਇਹ ਚੀਜ਼ਾਂ ਬਾਰ-ਬਾਰ ਪੜ੍ਹੋਗੇ ਤਾਂ ਇਹ ਚੀਜ਼ਾਂ ਬਾਰ-ਬਾਰ ਆਉਂਦੀਆਂ ਰਹਿਣਗੀਆਂ। ਤੁਸੀਂ ਇਹ ਕਿਤੇ ਕਲੱਬ ਕਰਕੇ 1 ਪੇਜਰ ਨੋਟਸ ਵੀ ਬਣਾ ਸਕਦੇ ਹੋ, ਕਿਉਂਕਿ ਕਈ ਵਾਰ ਸਿੱਧੇ ਹੀ ਕੁਐਸਚਨ ਆ ਜਾਂਦੇ ਆ ਟਰਮਸ ਦੇ ਉੱਤੇ, ਤਾਂ ਤੁਸੀਂ ਇਹਨਾਂ ਦੀਆਂ ਡੈਫੀਨੇਸ਼ਨ 1 ਪੇਜਰਸ ਪਹਿਲਾਂ ਹੀ ਬਣਾ ਕੇ ਰੱਖ ਸਕਦੇ ਹੋ। ਮਾਡਰਨ ਇੰਡੀਅਨ ਹਿਸਟਰੀ ਅਗੇਨ ਤੁਸੀਂ ਸਪੈਕਟਰਮ ਤੋਂ ਕਰ ਸਕਦੇ ਹੋ। ਸੋਸ਼ੋ ਰਿਲੀਜੀਅਸ ਮੂਵਮੈਂਟਸ, ਇਹ ਸਾਰੀਆਂ ਤੁਹਾਡੀਆਂ ਹਿਸਟਰੀ 'ਚ ਕਵਰ ਹੋ ਜਾਣਗੀਆਂ। ਪੋਸਟ ਇੰਡੀਪੈਂਡੈਂਸ ਅਗੇਨ NCERT ਬੁੱਕ ਹੈਗੀ ਹੈ ਪੋਸਟ ਇੰਡੀਪੈਂਡੈਂਸ ਦੀ, ਉੱਥੋਂ ਦੀ ਕਰ ਲਓ, ਮੋਰ ਦੈਨ ਸਫੀਸ਼ੀਐਂਟ ਹੋ ਜਾਂਦੀ ਹੈ। ਅੱਗੇ ਚੱਲਦੇ ਹਾਂ ਜੀ ਹਿਸਟਰੀ ਆਫ ਪੰਜਾਬ ਦੇ ਵਿੱਚ ਆਪਣੇ ਕੋਲ ਸਿਰਫ 2 ਹੀ ਟੌਪਿਕਸ ਨੇ, ਤਾਂ ਬਹੁਤ ਡੀਪ ਇਹਦੇ ਵਿੱਚ ਨਹੀਂ ਚਲੇ ਜਾਣਾ। ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਰਾਈਜ਼ ਟੂ ਪਾਵਰ ਤੇ ਆਪਣੇ ਕੋਲ ਐਂਗਲੋ ਸਿੱਖ ਵਾਰਸ, ਇਹ 2 ਟੌਪਿਕ ਹੈਗੇ ਨੇ। ਤੁਸੀਂ ਮਨੀਸ਼ ਜਿੰਦਲ ਸਰ ਦੀ ਸਾਡਾ ਪੰਜਾਬ ਬੁੱਕ ਵੀ ਦੇਖ ਸਕਦੇ ਹੋ, ਪਰ ਕੁਝ ਕੁਐਸਚਨਸ ਉਹਦੇ ਵਿੱਚ ਐਡਰੈਸ ਨਹੀਂ ਹੁੰਦੇ, ਜਿੱਦਾਂ ਸਿਵਲ ਐਂਡ ਮਿਲਟਰੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਕਿੱਦਾਂ ਦੀ ਸੀ। ਪਾਸਟ ਈਅਰ ਦੇਖੋਗੇ ਤੁਹਾਨੂੰ ਸਮਝ ਆ ਜਾਏਗਾ, ਹਰ ਸਾਲ ਉਹੀ ਰਿਪੀਟਡ ਕੁਐਸਚਨਸ ਪੁੱਛ ਰਹੇ ਨੇ। ਕਦੀ ਉਹਨਾਂ ਦੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਪੁੱਛ ਲੈਂਦੇ ਨੇ, ਕਦੀ ਉਹਨਾਂ ਦੀ ਮਿਲਟਰੀ ਐਡਮਿਨਿਸਟ੍ਰੇਸ਼ਨ ਦੇ ਪੁੱਛ ਲੈਂਦੇ ਨੇ। ਡਾਇਰੈਕਟ ਟੌਪਿਕ ਇੱਥੋਂ ਹੀ ਚੱਕ ਕੇ ਕੁਐਸਚਨ ਬਣਾ ਦਿੰਦੇ ਨੇ। ਤਾਂ ਤੁਸੀਂ ਉਹ ਕੁਐਸਚਨ ਪਹਿਲਾਂ ਤੋਂ ਹੀ ਇੰਟਰਨੈਟ ਤੋਂ ਇੱਧਰ ਉੱਧਰੋਂ ਬੁੱਕਸ ਤੋਂ ਪ੍ਰਿਪੇਅਰ ਕਰਕੇ ਰੱਖ ਲਓ। 2 ਹੀ ਚੀਜ਼ਾਂ ਨੇ, ਡਾਇਰੈਕਟ ਕੁਐਸਚਨਸ ਆਉਂਦੇ ਨੇ, ਜ਼ਿਆਦਾ ਡੀਪ ਜਾਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਜੀਓਗ੍ਰਾਫੀ। NCERT ਤੁਸੀਂ ਪ੍ਰੀਲਿਮ ਵਾਸਤੇ ਪੜ੍ਹ ਹੀ ਚੁੱਕੇ ਹੋਵੋਗੇ। ਜੇ ਵੱਧ ਤੋਂ ਵੱਧ ਤੁਸੀਂ ਵਰਲਡ ਜੀਓਗ੍ਰਾਫੀ ਵਾਸਤੇ ਪੜ੍ਹਨੀ ਹੈ ਤਾਂ GC ਲਿਓਂਗ ਦੀ ਇੱਕ ਬੁੱਕ ਆਉਂਦੀ ਹੈ ਜੀ, ਆਲਦੋ ਬੜੀ ਟਿਪੀਕਲ ਜੀ ਬੁੱਕ ਹੈ, ਪਰ ਉਹਦਾ ਪਾਰਟ B ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਵਰਲਡ ਜੀਓਗ੍ਰਾਫੀ ਦਾ ਚੀਜ਼ਾਂ ਕਵਰ ਹੁੰਦੀਆਂ ਨੇ। ਡਿਜ਼ਾਸਟਰ ਮੈਨੇਜਮੈਂਟ ਦੇ ਵਾਸਤੇ ਹੋਮ ਮਿਨਿਸਟਰੀ ਦਾ ਇੱਕ ਮੋਡਿਊਲ ਆਉਂਦਾ ਹੈ, ਇੱਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਹੈਗਾ ਵਾ, ਇਹ ਤੁਸੀਂ ਦੇਖ ਲਓ। ਉਹਨਾਂ ਨੇ ਹਰ ਡਿਜ਼ਾਸਟਰ, ਸੁਨਾਮੀ, ਆਪਣਾ ਅਰਥਕੁਏਕ, ਹਰ ਡਿਜ਼ਾਸਟਰ ਨੂੰ ਕਿੱਦਾਂ ਮਿਟੀਗੇਟ ਕਰਨਾ ਹੈ, ਕਿੱਦਾਂ ਪ੍ਰੀਵੈਂਟ ਕਰਨਾ ਹੈ, ਉਹ ਹੋਣ ਤੋਂ ਬਾਅਦ ਕੀ ਸਟੈਪਸ ਲੈਣੇ ਆ, ਉਹ ਸਾਰੀ ਅਪਰੋਚਿਸ ਇਹਦੇ ਵਿੱਚ ਦੱਸੀਆਂ ਹੋਈਆਂ। ਤੁਸੀਂ ਹਰ ਡਿਜ਼ਾਸਟਰ ਦਾ 1 ਪੇਜਰ ਬਣਾ ਸਕਦੇ ਹੋ। ਨਹੀਂ ਤਾਂ ਤੁਹਾਡੀ ਇਹ +1 +2 ਦੀ ਜੀਓਗ੍ਰਾਫੀ ਤੇ ਐਨਵਾਇਰਨਮੈਂਟ ਦੇ ਵਿੱਚ ਵੀ ਇਹ ਸਾਰੇ ਟੌਪਿਕਸ ਤੁਸੀਂ ਆਲਰੇਡੀ ਕਵਰ ਕਰ ਹੀ ਲੈਂਦੇ ਹੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਉਸ ਤੋਂ ਬਾਅਦ ਜੀਓਗ੍ਰਾਫੀ ਆਫ ਪੰਜਾਬ ਆ ਜਾਂਦੀ ਹੈ। ਇਹਦੇ ਵਿੱਚ ਐਗਰੀਕਲਚਰ ਟੌਪਿਕ ਥੋੜ੍ਹਾ ਜਿਹਾ ਇੰਪੋਰਟੈਂਟ ਹੈਗਾ। ਐਗਰੀਕਲਚਰ ਦੇ ਵਿੱਚ ਹਰ ਵਾਰੀ ਡਾਇਰੈਕਟ ਕੁਐਸਚਨਸ ਆਉਂਦੇ ਹੀ ਆਉਂਦੇ ਨੇ, ਪ੍ਰੋਬਲਮਸ ਤੇ ਗਰਾਊਂਡ ਵਾਟਰ ਡਿਪਲੀਸ਼ਨ ਤੇ ਜਾਂ ਹੋਰ ਇਸ਼ੂਜ਼ ਇਨ ਐਗਰੀਕਲਚਰ ਤੇ। ਐਗਰੀਕਲਚਰ ਦੀ ਪੰਜਾਬ ਬੋਰਡ ਦੀ ਬੁੱਕਸ ਹੈਗੀਆਂ ਨੇ ਪ੍ਰੋਪਰ ਐਗਰੀਕਲਚਰ ਸਬਜੈਕਟ ਤੇ, ਉਹ ਦੇਖ ਸਕਦੇ ਹੋ। ਅਗੇਨ ਜ਼ਿਆਦਾ ਡੀਪ ਨਹੀਂ ਜਾਣਾ, ਕਿਉਂਕਿ ਉਹ ਬੁੱਕਸ ਦੇ ਵਿੱਚ ਕੱਲੀ ਕ੍ਰੌਪ ਦੇ ਉੱਤੇ ਡਿਟੇਲ 'ਚੋਂ ਗਏ ਹੋਏ ਨੇ। ਆਪਾਂ ਨੂੰ ਇੰਨੀ ਲੋੜ ਨਹੀਂ ਹੈਗੀ। ਆਪਾਂ ਸਿਰਫ ਮਾਡਰਨ ਕਨਸੈਪਟਸ ਆਫ ਫਾਰਮਿੰਗ, ਇਸ ਇੱਕ ਟੌਪਿਕ ਚੱਕ ਕੇ ਉਹਨਾਂ ਤੇ 1-2 ਪੇਜ ਬਸ ਬਣਾ ਕੇ ਰੱਖ ਲੈਣੇ ਨੇ। ਆਨਲਾਈਨ ਬਣਾ ਕੇ ਰੱਖਣੇ ਆ, ਆਨਲਾਈਨ ਬਣਾ ਲਓ। ਪੰਜਾਬ ਬੋਰਡ ਦੀ ਬੁੱਕ ਤੋਂ ਡਾਇਰੈਕਟ ਦੇਖਣਾ, ਉੱਥੋਂ ਦੀ ਦੇਖ ਲਓ, ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਉੱਪਰਲਾ ਜੀਓਗ੍ਰਾਫੀ ਵਾਲਾ ਟੌਪਿਕ ਸਾਡਾ ਪੰਜਾਬ ਮਨੀਸ਼ ਜਿੰਦਲ ਦੀ ਸਰ ਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਵੀ ਕਵਰ ਹੁੰਦਾ ਵਾ। ਨਹੀਂ ਤਾਂ ਤੁਸੀਂ ਪੰਜਾਬ ਬੋਰਡ ਦੀ
SST ਦੀ ਜੇ ਬੁੱਕਸ ਪੜ੍ਹੋਗੇ ਖੋਲੋਗੇ ਉਹਦੇ ਵਿੱਚ ਤੁਹਾਨੂੰ ਪੰਜਾਬ ਦਾ ਜੀਓਗ੍ਰਾਫੀ 2-3 ਚੈਪਟਰ ਪੂਰੇ ਦਿੱਤੇ ਹੋਏ ਨੇ, ਪੰਜਾਬ ਦੇ ਰਿਵਰ ਸਿਸਟਮ ਤੇ ਵੀ, ਜੀਓਗ੍ਰਾਫੀ ਦੇ ਵੀ। ਉੱਥੋਂ ਦੀ ਤੁਸੀਂ ਪੰਜਾਬ ਬੋਰਡ ਦੀ ਬੁੱਕਸ ਤੋਂ ਇਹ ਦੇਖ ਸਕਦੇ ਹੋ। ਔਨਲਾਈਨ ਫ੍ਰੀ PDF ਅਵੇਲੇਬਲ ਨੇ, ਤੁਹਾਨੂੰ ਉੱਥੋਂ ਜਾ ਕੇ ਇਹ ਚੀਜ਼ਾਂ ਮਿਲ ਜਾਣਗੀਆਂ। ਸੋਸਾਇਟੀ ਜਿੱਦਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ, ਇੰਡੀਵਿਜੂਅਲ ਟੌਪਿਕਸ ਤੇ ਫੋਕਸ ਕਰੋ। ਇਹ ਸੋਸ਼ਲ ਇੰਪਾਵਰਮੈਂਟ ਹੋ ਗਿਆ, ਕਮਿਊਨਲਿਜ਼ਮ ਹੋ ਗਿਆ, ਇਹਨਾਂ ਤੇ ਜਾਂ ਤਾਂ 1 ਪੇਜਰਸ ਤੁਸੀਂ ਪਹਿਲਾਂ ਹੀ ਰੈਡੀ ਕਰਕੇ ਰੱਖ ਲਓ ਔਨਲਾਈਨ ਸੋਰਸਿਸ ਤੋਂ, ਜਾਂ ਫਿਰ ਜਿੱਦਾਂ ਮੈਂ ਵਿਜ਼ਨ ਦੇ ਮੋਡਿਊਲਸ ਫੋਲੋ ਕੀਤੇ ਸੀ ਉਹ ਵੀ ਮੋਡਿਊਲ ਫੋਲੋ ਕਰ ਸਕਦੇ ਹੋ, ਜਾਂ ਫਿਰ +2 ਦੀ ਸੋਸਾਇਟੀ ਦੀ ਬੁੱਕਸ ਹੈਗੀਆਂ ਨੇ 2, ਉਹ ਬਹੁਤ ਅੱਛੀਆਂ ਬੁੱਕਸ ਨੇ। +2 ਸੋਸਾਇਟੀ NCERT, ਇਹ ਤਾਂ ਤੁਹਾਨੂੰ ਜ਼ਰੂਰ ਪੜ੍ਹਨੀਆਂ ਹੀ ਚਾਹੀਦੀਆਂ ਨੇ। ਕਾਫੀ ਵਧੀਆ ਤੁਹਾਨੂੰ ਇਹਦਾ ਹੋਰਾਈਜ਼ਨ ਮਿਲਦਾ ਵਾ ਇਹ ਸਬਜੈਕਟ ਦੇ ਬਾਰੇ। ਤਾਂ ਇਹ ਸਾਰੇ ਟੌਪਿਕਸ ਜਿਹੜੇ ਨੇ ਤੁਹਾਡੇ ਉੱਥੋਂ ਦੀ ਕਵਰ ਹੋ ਜਾਣਗੇ। ਸੋਸਾਇਟੀ ਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਵਾ, UPSC ਜਿੱਦਾਂ ਸਿੱਧਾ ਪੇਪਰ 4 ਐਥਿਕਸ ਦਾ ਕਰਵਾਉਂਦੀ ਹੈ, ਪਰ ਇਹਨਾਂ ਨੇ ਕੀ ਕੀਤਾ ਵਾ, ਐਥਿਕਸ ਦੇ ਥੋੜੇ ਟੌਪਿਕ ਹਰ ਪੇਪਰ 'ਚ ਪਾਤੇ ਨੇ। ਤਾਂ GS 1 2 3 ਹਰ ਕਿਤੇ ਤੁਹਾਨੂੰ ਥੋੜਾ ਐਥਿਕਸ ਦਿਖੇਗਾ। ਇਹ ਵੀ ਐਥਿਕਸ ਵਾਸਤੇ ਮੈਂ ਪਰਸਨਲੀ ਵਿਜ਼ਨ ਦੇ ਮੋਡਿਊਲਸ ਫੋਲੋ ਕੀਤੇ ਸੀਗੇ, ਤੇ ਉੱਥੇ ਪਰ ਤੁਸੀਂ ਇਹ ਬੇਸਿਕ ਡੈਫੀਨੇਸ਼ਨਸ ਕਿਸੇ ਵੀ ਮੋਡਿਊਲਸ ਤੋਂ ਚੱਕ ਸਕਦੇ ਹੋ। ਕੋਈ ਬੁੱਕ ਸਪੈਸੀਫਿਕਲੀ ਪੜ੍ਹਨ ਦੀ ਮੈਨੂੰ ਲੱਗਦਾ ਨਹੀਂ ਲੋੜ ਹੈ, ਕਿਉਂਕਿ ਤੁਸੀਂ ਪਾਸਟ ਈਅਰ ਪੇਪਰ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਕੁਐਸਚਨਸ ਜਿਹੜੇ ਨੇ ਥੋੜੇ ਜਨਰਲੀ ਲਿਖਣੇ ਪੈਂਦੇ ਨੇ। ਤਾਂ ਇਹ ਸਾਰੇ ਗ੍ਰੇਟ ਲੀਡਰਸ ਤੇ ਤੁਸੀਂ 2-2 ਪੇਜ ਜਿਹੜੇ ਨੇ ਇੰਟਰਨੈਟ ਤੋਂ ਦੇਖ ਲਓ, ਨਹੀਂ ਤਾਂ ਇਹ ਵੈਸੇ ਮਾਡਰਨ ਹਿਸਟਰੀ ਦੇ ਵਿੱਚ ਸਾਰੇ ਦੇ ਸਾਰੇ ਕਵਰ ਹੋ ਹੀ ਜਾਂਦੇ ਨੇ ਸਾਡੇ। ਉੱਪਰਲੀ ਚੀਜ਼ ਵਾਸਤੇ ਤੁਸੀਂ ਬਸ ਐਥਿਕਸ ਕੀ ਹੁੰਦਾ ਵੈ, ਉਹਦਾ ਇੰਪੈਕਟ ਕੀ ਹੈ ਸਾਡੀ ਪਰਸਨਲ ਲਾਈਫ ਤੇ, ਪਬਲਿਕ ਰਿਲੇਸ਼ਨਸ ਤੇ, ਇਹਦੇ 1 ਪੇਜਰਸ ਬਣਾ ਕੇ ਰੱਖ ਸਕਦੇ ਹੋ, ਜਾਂ ਕੋਈ ਸਪੈਸੀਫਿਕ ਕੋਚਿੰਗ ਇੰਸਟੀਟਿਊਟ ਦੇ ਤੁਸੀਂ ਮੋਡਿਊਲਸ ਫੋਲੋ ਕਰ ਰਹੇ ਹੋ ਉਹ ਫੋਲੋ ਕਰ ਸਕਦੇ ਹੋ। ਅਗੇਨ ਇੱਥੇ ਸੋਸ਼ਲ ਇਸ਼ੂਜ਼ ਥੱਲੇ ਆ ਜਾਂਦੇ ਨੇ, ਇਹ ਬਥੇਰੀਆਂ ਜਗ੍ਹਾਵਾਂ ਤੇ ਆਪਣੇ ਕਵਰ ਹੋ ਜਾਂਦੇ ਨੇ, 1 ਪੇਜਰ ਬਣਾ ਸਕਦੇ ਹੋ। ਠੀਕ ਹੈ ਜੀ। ਬਾਕੀ ਪੰਜਾਬ ਸੈਕਸ਼ਨ ਤੇ ਜ਼ਰੂਰ ਫੋਲੋ ਕਰਨਾ ਵਾ, ਜਿੱਦਾਂ ਵਲਨਰੇਬਲ ਸੈਕਸ਼ਨਸ ਤੇ ਉਹਨਾਂ ਨੇ ਸਪੈਸ਼ਲੀ ਲਿਖਿਆ ਸਟੇਟ ਆਫ ਪੰਜਾਬ। ਤਾਂ ਸਟੇਟ ਆਫ ਪੰਜਾਬ ਜਿੱਥੇ ਵੀ ਆ ਜਾਂਦਾ ਵਾ, ਇਹ ਚੀਜ਼ਾਂ ਨੂੰ ਤੁਸੀਂ ਜ਼ਰੂਰ ਫੋਕਸ ਕਰਨਾ ਵਾ ਕਿ ਕਿਹੜੀ ਜਗ੍ਹਾ ਤੇ ਆਪਾਂ ਪੰਜਾਬ ਸਪੈਸੀਫਿਕ ਵੀ ਹੋ ਕੇ ਪੜ੍ਹਨਾ ਵਾ। ਓਕੇ ਜੀ, GS 2 ਦੇ ਵਿੱਚ ਹੁਣ ਆਪਾਂ ਆ ਜਾਂਦੇ ਹਾਂ। GS 2 ਤੁਸੀਂ ਜੇ ਪਾਸਟ ਈਅਰ ਦੇ ਪੇਪਰ ਦੇਖੇ ਹੋਣਗੇ ਤੁਹਾਨੂੰ ਪਤਾ ਹੋਊਗਾ ਬਹੁਤ ਕਰੰਟ ਅਫੇਅਰਸ ਤੋਂ ਪੁੱਛਦੇ ਨੇ, ਰੀਸੈਂਟ ਸੁਪਰੀਮ ਕੋਰਟ ਕੇਸ, ਹਾਈ ਕੋਰਟ ਕੇਸਿਸ, ਇੱਧਰ ਉੱਧਰ ਦੀ ਜਿਹੜੀਆਂ ਨਿਊਜ਼ਪੇਪਰ 'ਚ ਇਸ਼ੂਜ਼ ਚੱਲ ਰਹੇ ਨੇ ਉਹ ਸਾਰਿਆਂ ਦੇ ਉੱਤੇ। ਬੇਸਿਕਸ ਵਾਸਤੇ ਅਗੇਨ ਤੁਸੀਂ ਲਕਸ਼ਮੀਕਾਂਤ ਬੁੱਕ ਪੜ੍ਹ ਸਕਦੇ ਹੋ, ਪਰ ਕੁਝ ਟੌਪਿਕਸ ਨੇ ਜਿਹੜੇ ਤੁਹਾਨੂੰ ਲਕਸ਼ਮੀਕਾਂਤ ਬੁੱਕ ਜਾਂ NCERT 'ਚ ਨਹੀਂ ਮਿਲਣਗੇ, ਜਿੱਦਾਂ ਕਿ ਸੈਪਰੇਸ਼ਨ ਆਫ ਪਾਵਰਸ ਹੋ ਗਿਆ, ਕੰਪੈਰੀਜ਼ਨ ਹੋ ਗਿਆ ਇੰਡੀਅਨ ਕੌਨਸਟੀਟਿਊਸ਼ਨ ਦਾ ਅਦਰ ਕੌਨਸਟੀਟਿਊਸ਼ਨਸ ਨਾਲ। ਇਹਦੇ ਵਾਸਤੇ ਅਗੇਨ ਤੁਸੀਂ ਇਹ ਟੌਪਿਕ ਦਾ ਨਾਮ ਨੈੱਟ 'ਤੇ ਲਿਖੋਗੇ, ਤੁਹਾਨੂੰ ਬਹੁਤ ਸਾਰੇ ਕੋਚਿੰਗ ਇੰਸਟੀਟਿਊਟਸ ਦੇ ਆ ਜਾਣਗੇ। ਇਹਦੇ 1 ਪੇਜਰ ਬਣਾ ਕੇ ਰੱਖ ਲਓ, ਜਾਂ ਫਿਰ ਸਿੱਧਾ ਹੀ ਉਹਨਾਂ ਦੀ PDF ਫਾਈਲ ਤੋਂ ਤੁਸੀਂ ਇਹ ਸਭ ਟੌਪਿਕਸ ਪੜ੍ਹ ਲਓ। ਮੈਂ ਪਰਸਨਲੀ ਵਿਜ਼ਨ ਦੀ ਸਾਈਟ ਤੋਂ ਇਹ ਚੱਕੇ ਸੀਗੇ ਤੇ M ਲਕਸ਼ਮੀਕਾਂਤ ਨਾਲ ਇਹਨਾਂ ਨੂੰ ਸਪਲੀਮੈਂਟ ਕੀਤਾ ਸੀਗਾ। ਉਸ ਤੋਂ ਬਾਅਦ ਆ ਜਾਂਦੇ ਆ ਜੀ ਅਗੇਨ ਇੰਡੀਅਨ ਕੌਨਸਟੀਟਿਊਸ਼ਨ ਦੇ ਸਾਰੇ ਟੌਪਿਕਸ ਨੇ। ਕੁਝ ਟੌਪਿਕਸ ਜਿੱਦਾਂ ਮੈਂ ਕਹਿ ਰਿਹਾ ਵਾਂ ਇਹ ਤੁਹਾਨੂੰ ਵੱਖਰੇ ਫੋਲੋ ਕਰਨੇ ਪੈਣਗੇ, ਜਿੱਦਾਂ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਵੀ, ਇਹਨਾਂ ਤੇ ਡਾਇਰੈਕਟ ਕੁਐਸਚਨਸ ਆ ਜਾਂਦੇ ਨੇ। ਇਹ ਤੁਸੀਂ ਵੱਖਰੇ 1-2 ਪੇਜਰਸ ਇਹਦੇ ਪਹਿਲਾਂ ਤੋਂ ਹੀ ਬਣਾ ਕੇ ਰੱਖ ਲਓ। ਉਸ ਤੋਂ ਬਾਅਦ ਆ ਜਾਂਦਾ ਜੀ ਗਵਰਨੈਂਸ ਦਾ ਪਾਰਟ, ਕਾਫੀ ਸਿਮਿਲਰ ਹੀ ਹੈ। ਗਵਰਨੈਂਸ ਦੀ ਅਲੱਗ ਤੋਂ ਬੁੱਕ ਵੀ ਹੈ ਲਕਸ਼ਮੀਕਾਂਤ ਸਰ ਦੀ, ਪਰ ਆਈ ਵੁਡੈਂਟ ਰੈਫਰ ਦੈਟ ਬੁੱਕ ਕਿਉਂਕਿ ਉਹ ਕਾਫੀ ਟਾਈਮ ਤੋਂ ਅਪਡੇਟ ਵੀ ਨਹੀਂ ਹੋਈ ਹੈ ਤੇ ਉਹ ਇੰਨੀ ਬਲਕੀ ਹੈ ਕਿ ਕਾਸਟ ਬੈਨੀਫਿਟ ਨਹੀਂ ਹੈ। ਤੁਸੀਂ ਸਿੰਪਲੀ, ਮੈਂ ਪਰਸਨਲੀ ਵਿਜ਼ਨ IAS ਦੇ ਮੋਡਿਊਲਸ ਫੋਲੋ ਕੀਤੇ ਸੀਗੇ ਸਾਰੇ, ਇਹ ਤਾਂ ਸਾਰੇ ਲਕਸ਼ਮੀਕਾਂਤ 'ਚ ਹੀ ਕਵਰ ਹੋ ਜਾਂਦੀਆਂ ਤੁਹਾਡੀਆਂ ਬੋਡੀਜ਼। ਉਸ ਤੋਂ ਬਾਅਦ ਇਹ ਟੌਪਿਕਸ ਵਾਸਤੇ ਜਿੱਦਾਂ ਸੈਲਫ ਹੈਲਪ ਗਰੁੱਪਸ ਹੋ ਗਿਆ, NGOs ਹੋ ਗਿਆ, ਤੇ ਇਹ ਸਾਰਿਆਂ ਵਾਸਤੇ ਮੈਂ ਵਿਜ਼ਨ ਦੇ ਮੋਡਿਊਲ ਫੋਲੋ ਕੀਤੇ ਸੀ। ਅਗੇਨ ਇਹ ਸਾਰੇ ਟੌਪਿਕ ਜਿਹੜੇ ਨੇ ਰੋਲ ਆਫ ਸਿਵਲ ਸਰਵਿਸਿਜ਼ ਐਟਸੈਕਟਰਾ UPSC 'ਚ ਪੇਪਰ 4 'ਚ ਆਉਂਦੇ ਨੇ, ਪਰ ਥੋੜੇ ਇਹਨਾਂ ਨੇ ਸਾਰੇ ਕਿਤੇ ਪਾਤੇ ਹੋਏ ਨੇ। ਇਹ ਟੌਪਿਕਸ ਤੁਸੀਂ ਬਿਲਕੁਲ ਇਗਨੋਰ ਨਹੀਂ ਕਰਨੇ, ਕੱਲਾ ਟੌਪਿਕ ਦੇਖਣਾ। ਸਿਟੀਜ਼ਨ ਚਾਰਟਰ ਹੋ ਗਿਆ, E-ਗਵਰਨੈਂਸ ਹੋ ਗਿਆ, ਇਹਨਾਂ ਤੇ ਡਾਇਰੈਕਟ ਕੁਐਸਚਨਸ ਆ ਜਾਂਦੇ ਨੇ, ਇਹਨਾਂ ਤੇ ਤੁਸੀਂ 1 ਪੇਜਰਸ ਬਣਾ ਕੇ ਰੱਖ ਲੈਣੇ ਨੇ। ਅਗੇਨ ਗਵਰਨੈਂਸ ਦੇ ਕੁਝ ਹੋਰ ਟੌਪਿਕਸ ਹੈਗੇ ਨੇ, ਐਥੀਕਲ ਡਾਇਲਮਾਸ, ਫਿਲੋਸਫੀਕਲ ਬੇਸਿਸ ਆਫ ਗਵਰਨੈਂਸ, ਕੋਡ ਆਫ ਕੰਡਕਟ, ਇਹ ਸਾਰਿਆਂ ਦੇ ਤੁਸੀਂ 1 ਪੇਜਰਸ ਬਣਾ ਕੇ ਰੱਖਣੇ ਨੇ, ਉੱਥੋਂ ਦੀ ਇਹ ਤੁਹਾਡਾ ਹੋ ਜਾਏਗਾ। ਜੇ ਤੁਹਾਨੂੰ ਸਿਲੇਬਸ ਦੀ PDF ਚਾਹੀਦੀ ਹੈ ਤਾਂ ਮੈਂ EMCC Edu ਐਪ 'ਤੇ ਪਾ ਵੀ ਦਊਂਗਾ, ਤੁਸੀਂ EMCC Edu ਐਪ ਡਾਊਨਲੋਡ ਕਰ ਸਕਦੇ ਹੋ। ਉਹਦੇ ਫ੍ਰੀ ਸਟੱਡੀ ਮਟੀਰੀਅਲ ਦੇ ਟੂਲ ਦੇ ਵਿੱਚ ਜਾ ਕੇ ਇਹ PPT ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ, ਇਹ ਵੀ ਮੈਂ ਉੱਥੇ ਪਾ ਦੂੰਗਾ। ਨਾਲ ਜਿਹੜੀ ਆਫੀਸ਼ੀਅਲੀ PCS ਦੀ ਸਿਲੇਬਸ ਦੀ ਨੋਟੀਫਿਕੇਸ਼ਨ ਹੈ ਉਹ ਵੀ ਮੈਂ ਉੱਥੇ ਪਾ ਦੂੰਗਾ, ਤੁਸੀਂ ਉੱਥੋਂ ਦੀ ਲੈ ਸਕਦੇ ਹੋ, ਨਹੀਂ ਤਾਂ ਔਨਲਾਈਨ ਵੀ ਤੁਹਾਨੂੰ ਹੋਰ ਜਗ੍ਹਾਵਾਂ ਤੋਂ ਇਹ ਚੀਜ਼ ਮਿਲ ਸਕਦੀ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਜੀ ਇੰਟਰਨੈਸ਼ਨਲ ਰਿਲੇਸ਼ਨਸ ਦੀ। ਅਗੇਨ ਬਹੁਤ ਡਾਇਨਾਮਿਕ ਟੌਪਿਕ ਹੈ,
ਇਹ ਟੌਪਿਕ ਦੇ ਵਿੱਚੋਂ ਕਾਫੀ ਸਾਰੇ ਕੁਐਸਚਨਸ ਆ ਜਾਂਦੇ ਨੇ ਤੇ ਇਹ ਮੈਜੋਰਿਟੀ ਜਿਹੜਾ ਟੌਪਿਕ ਹੈ ਸਾਰਾ ਦਾ ਸਾਰਾ ਤੁਹਾਡਾ ਕਰੰਟ ਅਫੇਅਰਸ ਤੋਂ ਹੀ ਕਵਰ ਹੁੰਦਾ ਵਾ। ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਚਾਈਨਾ ਨਾਲ ਡਿਸਪਿਊਟ, ਬਾਰਡਰ ਡਿਸਪਿਊਟ ਚੱਲ ਰਿਹਾ ਤਾਂ ਉਹਦੇ ਤੇ ਕੁਐਸਚਨ ਪੁੱਛ ਲੈਣਗੇ। ਪਾਕਿਸਤਾਨ ਨਾਲ ਰਿਲੇਸ਼ਨਸ ਕਿੱਦਾਂ ਦੇ ਚੱਲ ਰਹੇ ਆ ਇਹਦੇ ਤੇ ਪੁੱਛ ਲੈਣਗੇ। ਤਾਂ ਇਹ ਨੇਬਰਹੁੱਡ ਰਿਲੇਸ਼ਨਸ ਦੇ ਉੱਤੇ, ਬਾਇਲੇਟਰਲ ਗਰੁੱਪਿੰਗਸ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਕਰੰਟ ਅਫੇਅਰਸ ਦੇ ਵਿੱਚ ਰੈਗੂਲਰਲੀ ਕਵਰ ਹੁੰਦੀਆਂ ਨੇ। ਤੁਸੀਂ ਜੇ ਨਿਊਜ਼ਪੇਪਰ ਰੈਗੂਲਰਲੀ ਫੋਲੋ ਕਰ ਰਹੇ ਹੋ ਤੁਸੀਂ ਆਰਾਮ ਨਾਲ ਇਹਨੂੰ ਟੈਕਲ ਕਰ ਲੋਗੇ। ਪਲੱਸ ਇਹਦੇ ਵਿੱਚ ਆਈ ਵੁੱਡ ਸੇ ਤੁਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਹੜੀ ਹੈਗੀ ਆ ਆਪਣੀ, ਉਹਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੇ ਮੋਡਿਊਲਸ ਦਿੱਤੇ ਹੋਏ ਨੇ। ਉਹਦੇ ਵਿੱਚ ਸਿੰਪਲੀ ਤੁਸੀਂ ਲਿਖੋਗੇ ਇੰਡੀਆ ਚਾਈਨਾ ਰਿਲੇਸ਼ਨ, ਤਾਂ ਉਹਨਾਂ ਨੇ 1 ਪੇਜਰ ਬਣਾ ਕੇ ਰੱਖਿਆ ਹੋਇਆ ਇਹਦੇ 'ਤੇ। ਤਾਂ ਇੰਡੀਆ ਚਾਈਨਾ ਰਿਲੇਸ਼ਨ ਟ੍ਰੇਡ 'ਚ ਕਿੱਦਾਂ ਨੇ, ਕਲਚਰ 'ਚ ਕਿੱਦਾਂ ਨੇ, ਇਹ ਸਾਰਾ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਹੀ ਪਾਇਆ ਹੋਇਆ। ਤਾਂ ਤੁਸੀਂ ਸਾਰੇ ਨੇਬਰਸ ਜਿਹੜੇ ਆਪਣੇ ਨੇ ਉਹਨਾਂ ਦੇ 1 ਪੇਜਰਸ ਤਾਂ ਤੁਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਵੈਬਸਾਈਟ ਤੋਂ ਹੀ ਜਾ ਕੇ ਲੈ ਲਓ। ਬਾਇਲੇਟਰਲ ਗਰੁੱਪਿੰਗਸ, ਰੀਜਨਲ ਐਂਡ ਗਲੋਬਲ ਗਰੁੱਪਿੰਗਸ ਤੁਹਾਡੀਆਂ ਪ੍ਰੀ 'ਚ ਵੀ ਕਵਰ ਹੋ ਹੀ ਰਹੀਆਂ ਨੇ, ਮੇਨਸ 'ਚ ਵੀ ਤੁਸੀਂ ਜਿਹੜੀਆਂ ਕਰੰਟ 'ਚ ਚੱਲ ਰਹੀਆਂ ਨੇ ਉਹਨਾਂ ਨੂੰ ਫੋਲੋ ਕਰ ਲਓ। ਬਾਕੀ ਸਾਰੀਆਂ ਤੁਹਾਡੀਆਂ ਐਡੀਟੋਰੀਅਲ ਦੀਆਂ ਵੀਡੀਓਜ਼ ਤੇ ਐਡੀਟੋਰੀਅਲ ਜਿਹੜੇ ਤੁਸੀਂ ਰੋਜ਼ ਦੇਖਦੇ ਹੋ ਉਹਨਾਂ ਤੋਂ ਕਵਰ ਹੋ ਜਾਣਗੀਆਂ। ਇੰਡੀਅਨ ਇਕੋਨਮੀ ਅਗੇਨ ਤੁਸੀਂ, ਮੈਂ ਤੁਹਾਨੂੰ ਦੱਸਿਆ ਸੀ ਮਰੁਨਾਲ ਸਰ ਦੀ, ਜੇ ਤੁਸੀਂ ਬੁੱਕ ਫੋਲੋ ਕਰਦੇ ਹੋ ਤਾਂ ਇਹ ਸਾਰੇ ਟੌਪਿਕਸ ਉਹਦੇ ਵਿੱਚੋਂ ਤੁਹਾਡੇ ਕਵਰ ਹੋ ਜਾਣਗੇ। ਕੁਝ ਟੌਪਿਕਸ ਇਹਦੇ ਵਿੱਚ ਹੈਗੇ ਨੇ ਜਿਹੜੇ ਤੁਹਾਨੂੰ ਸੈਪਰੇਟਲੀ ਪ੍ਰਿਪੇਅਰ ਕਰਨੇ ਚਾਹੀਦੇ ਨੇ, ਜਿੱਦਾਂ ਕਿ ਇਹਦੇ ਵਿੱਚ ਇਰੀਗੇਸ਼ਨ ਆ ਜਾਂਦਾ ਵੈ, ਸਟੋਰੇਜ ਸਿਸਟਮ ਆ ਜਾਂਦਾ ਹੈ ਨਾ, ਐਗਰੀਕਲਚਰ ਦੀ ਮਾਰਕੀਟਿੰਗ ਆ ਜਾਂਦੀ ਹੈ। ਇਹ ਜਿਹੜੀਆਂ ਐਗਰੀਕਲਚਰ ਦੀਆਂ ਬੁੱਕਸ ਨੇ ਪੰਜਾਬ ਦੀਆਂ ਉਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ। ਨਹੀਂ ਤਾਂ ਤੁਸੀਂ ਇਕੱਲੇ ਟੌਪਿਕ 'ਤੇ 1 ਪੇਜਰ ਬਣਾ ਲਓ ਹਰ ਚੀਜ਼ 'ਤੇ, ਪਬਲਿਕ ਡਿਸਟਰੀਬਿਊਸ਼ਨ ਸਿਸਟਮ 'ਤੇ, ਈ ਟੈਕਨੋਲੋਜੀ 'ਤੇ, ਸਟੋਰੇਜ 'ਤੇ, ਮਾਰਕੀਟਿੰਗ 'ਤੇ, ਇਹ ਸਾਰੀਆਂ ਚੀਜ਼ਾਂ 'ਤੇ, ਇਨਕਲੂਸਿਵ ਗਰੋਥ 'ਤੇ। ਇਹ ਇਕੱਲੀ ਟਰਮਸ ਬਹੁਤ ਇੰਪੋਰਟੈਂਟ ਹੈ। ਕੋਈ ਵੀ ਜਾਂ ਤਾਂ ਕਰੰਟ ਟੌਪਿਕ ਨਾਲ ਰਿਲੇਟ ਕਰਕੇ ਤੁਹਾਨੂੰ ਪੇਪਰ 'ਚ ਪੁੱਛ ਲਿੱਤੀ ਜਾਏਗੀ, ਜਾਂ PCS 'ਚ ਤਾਂ ਬਹੁਤ ਵਾਰੀ ਡਾਇਰੈਕਟ ਵੀ ਉਹ ਪੁੱਛ ਲੈਂਦੇ ਆ ਸਿੱਧੀ ਇਹ ਚੀਜ਼। ਤਾਂ ਤੁਸੀਂ ਇਹ ਇੰਡੀਵਿਜੂਅਲ ਟਰਮਸ 'ਤੇ ਬਹੁਤ ਫੋਕਸ ਕਰਨਾ ਹੈ। ਕਰੰਟ ਅਫੇਅਰਸ ਤਾਂ ਨੋ ਡਾਊਟ ਤੁਸੀਂ ਜਿਹੜੇ ਆ ਕਰਨੇ ਹੀ ਕਰਨੇ। ਉਸ ਤੋਂ ਬਾਅਦ ਅਗੇਨ ਇਹ ਸਾਰੇ ਟੌਪਿਕਸ ਇਹਦੇ ਵਿੱਚ ਇੰਪੋਰਟੈਂਟ ਹੋ ਜਾਂਦੇ ਨੇ। ਫੂਡ ਪ੍ਰੋਸੈਸਿੰਗ ਹੋ ਗਿਆ ਆਪਣਾ, ਲੈਂਡ ਰਿਫਾਰਮਸ, ਇਨਫਰਾਸਟਰਕਚਰ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਕਨੋਮਿਕ ਸਰਵੇ ਤੋਂ ਵੀ ਮਿਲ ਜਾਂਦੀਆਂ। ਬੋਥ ਇੰਡੀਆ ਦਾ ਇਕਨੋਮਿਕ ਸਰਵੇ ਵੀ ਤੇ ਪੰਜਾਬ ਦਾ ਇਕਨੋਮਿਕ ਸਰਵੇ ਵੀ, ਠੀਕ ਹੈ। ਇਹ ਤੁਸੀਂ ਇਹਦੀ ਸਮਰੀ ਦੇਖਣਾ ਚਾਹੋ ਸਮਰੀ ਦੇਖ ਲਓ, ਬਹੁਤ ਬਲਕੀ ਹੁੰਦੇ ਆ। ਜੇ ਤੁਸੀਂ ਪੂਰੇ ਕਰਨ ਬੈਠੋਗੇ ਤਾਂ ਥੋੜੀ ਮੁਸ਼ਕਿਲ ਹੋ ਜਾਂਦੀ ਹੈ, ਪਰ ਜੇ ਤੁਸੀਂ ਓਰੀਜਨਲ ਵਾਲਾ ਡਾਕੂਮੈਂਟ ਰੀਡ ਕਰ ਸਕਦੇ ਹੋ ਤਾਂ ਨਥਿੰਗ ਬੈਟਰ ਦੈਨ ਦੈਟ, ਕਿਉਂਕਿ ਉਹਦੇ ਨਾਲ ਤੁਹਾਨੂੰ ਜਿਹੜਾ ਲਿਖਣ ਦਾ ਸਟਾਈਲ ਪਤਾ ਲੱਗਦਾ। ਇਕਨੋਮਿਕ ਸਰਵੇ ਦੀ ਲੈਂਗੁਏਜ ਬਹੁਤ ਬਿਊਟੀਫੁਲ ਹੁੰਦੀ ਹੈ। ਉਹਨਾਂ ਨੇ ਬਹੁਤ ਸਾਰੀ ਕੋਟੇਸ਼ਨਸ, ਬਹੁਤ ਸਾਰੇ ਵਧੀਆ ਥਿੰਕਰਸ ਨੂੰ ਰੈਫਰ ਕੀਤਾ ਹੁੰਦਾ, ਤਾਂ ਇਹਦੇ ਨਾਲ ਸਾਡੀ ਮੇਨਸ ਦੀ ਰਾਈਟਿੰਗ ਬਹੁਤ ਨਿਖਰ ਕੇ ਆਉਂਦੀ ਹੈ। ਤਾਂ ਤੁਸੀਂ ਇਕਨੋਮਿਕ ਸਰਵੇ ਜ਼ਰੂਰ ਫੋਲੋ ਕਰੋ। ਤੇ ਇਹ ਸਾਰੀਆਂ ਇੰਡੀਵਿਜੂਅਲ ਟੌਪਿਕਸ 'ਤੇ ਤੁਸੀਂ ਫੋਕਸ ਕਰਨਾ। ਪੰਜਾਬ ਦਾ ਵੀ ਆਪਣੇ ਕੋਲ ਇਕੋਨਮੀ ਦਾ ਸੈਪਰੇਟਲੀ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਹੈ, ਉਹਦੇ ਵਾਸਤੇ ਤੁਸੀਂ ਪੰਜਾਬ ਦਾ ਇਕਨੋਮਿਕ ਸਰਵੇ ਪੜ੍ਹ ਸਕਦੇ ਹੋ। ਬਹੁਤ ਹੀ ਵਧੀਆ ਇਕਨੋਮਿਕ ਸਰਵੇ ਹੈਗਾ ਪੰਜਾਬ ਦਾ ਵੀ। ਤੁਹਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਪਤਾ ਚੱਲਣਗੀਆਂ ਜਿਹੜੀਆਂ ਤੁਹਾਨੂੰ ਮੇਨਸ 'ਚ ਤੇ ਨਾਲ ਇੰਟਰਵਿਊ 'ਚ ਵੀ ਬਹੁਤ ਕੰਮ ਆਉਣਗੀਆਂ। ਤਾਂ ਇਹ ਤੁਸੀਂ ਇਕਨੋਮਿਕ ਸਰਵੇ ਤੇ ਬਜਟ ਪੰਜਾਬ ਦਾ ਜ਼ਰੂਰ ਦੇਖ ਸਕਦੇ ਹੋ। ਫਿਰ ਆ ਜਾਂਦਾ ਇਕੋਨਮੀ ਤੋਂ ਬਾਅਦ ਆਪਣਾ ਅਗਲਾ ਟੌਪਿਕ ਸਟੈਟਸ ਬਹੁਤ ਅੱਛਾ ਟੌਪਿਕ ਹੈ ਨੰਬਰ ਗਰੋ ਕਰਨ ਵਾਸਤੇ, ਕਿਉਂਕਿ ਅਗੇਨ ਇਹ ਮੈਥਸ ਵਾਲੀ ਚੀਜ਼ ਆ ਜਾਂਦੀ ਹੈ। ਇਹਦੇ 'ਚੋਂ ਕੋਈ ਨੰਬਰ ਤੁਹਾਡੇ ਘੱਟ ਨਹੀਂ ਸਕਦਾ। ਬਾਕੀ ਜਗ੍ਹਾਵਾਂ 'ਚ ਕੋਈ 10 'ਚੋਂ 5 ਦੇ ਦਿੰਦਾ, 15 'ਚੋਂ 6-7 ਦੇ ਦਿੰਦਾ। ਇਹਦੇ 'ਚ ਜੇ ਤੁਹਾਡਾ ਕੁਐਸਚਨ ਸਹੀ ਹੈ ਤਾਂ 15 'ਚੋਂ 15 ਤੁਹਾਡੇ ਪੱਕੇ ਹੈ। ਤਾਂ ਇਹ ਮੈਂ ਕੀਤੀ ਸੀ 11th ਕਲਾਸ ਦੀ TS ਗਰੇਵਾਲ ਬੁੱਕ ਆਉਂਦੀ ਹੈ, ਸੌਰੀ TR ਜੈਨ ਬੁੱਕ ਆਉਂਦੀ ਹੈ। TS ਗਰੇਵਾਲ ਤਾਂ ਅਕਾਊਂਟਸ ਦੀ ਬੁੱਕ ਆਉਂਦੀ ਹੈ। 11th ਕਲਾਸ ਦੀ TR ਜੈਨ ਸਰ ਦੀ ਬੁੱਕ ਆਉਂਦੀ ਹੈ। ਇਹ ਬਹੁਤ ਅੱਛੀ ਬੁੱਕ ਹੈ। ਮੈਂ ਪਰਸਨਲੀ ਤਾਂ ਇਹੀ ਰੈਫਰ ਕੀਤੀ ਸੀਗੀ। ਇੱਥੋਂ ਤੁਸੀਂ ਜਿਹੜਾ ਵੈ ਆਪਣਾ ਸਟੈਟਿਸਟਿਕਸ ਦਾ ਪੂਰਾ ਪੋਰਸ਼ਨ ਕਵਰ ਕਰ ਸਕਦੇ ਹੋ। ਇਸ ਤੋਂ ਬਿਯੋਂਡ ਜਾਣ ਦੀ ਕੋਈ ਲੋੜ ਨਹੀਂ। ਜਿਹੜੇ ਵੀ ਬਸ ਇਹਦੇ ਵਿੱਚ ਤੁਸੀਂ ਪਾਸਟ ਈਅਰ 'ਚ ਦੇਖ ਲਓ, ਜਨਰਲੀ ਮੀਨ, ਮੀਡੀਅਨ, ਮੋਡ, ਇੰਡੈਕਸ ਨੰਬਰ, ਸਟੈਂਡਰਡ ਡੇਵੀਏਸ਼ਨ, ਇਹਨਾਂ 'ਤੇ ਜ਼ਿਆਦਾ ਉਹਨਾਂ ਨੇ ਪੁੱਛਿਆ ਵੈ। ਇਹ ਤੁਸੀਂ ਇਹ ਬੁੱਕ ਤੋਂ ਕਵਰ ਕਰ ਲਓ, ਤੁਹਾਨੂੰ ਹੋਰ ਕਰਨ ਦੀ ਲੋੜ ਨਹੀਂ ਪਊਗੀ। ਸਿਕਿਉਰਿਟੀ ਦਾ ਟੌਪਿਕ ਹੈਗਾ ਜੀ। ਸਿਕਿਉਰਿਟੀ ਮੈਂ ਪਰਸਨਲੀ ਵਿਜ਼ਨ ਦੇ ਮੋਡਿਊਲਸ ਫੋਲੋ ਕੀਤੇ ਸੀਗੇ। ਵਾਜੀਰਾਮ ਦੇ ਮੋਡਿਊਲਸ ਵੀ ਮੈਂ ਸੁਣਿਆ ਅੱਛੇ ਹੈ। ਅਤੇ ਇਹ ਤੁਸੀਂ 1 ਪੇਜਰ ਜਿਹੜਾ ਵਾ ਸਿੰਪਲੀ ਜਾ ਕੇ ਆਪਣੇ ਆਪ ਵੀ ਬਣਾ ਸਕਦੇ ਹੋ। ਕੋਈ ਸਪੈਸ਼ਲ ਬੁੱਕ ਫੋਲੋ ਕਰਨ ਦੀ ਲੋੜ ਨਹੀਂ ਹੈਗੀ। 4-5 ਟੌਪਿਕਸ ਨੇ, ਸਾਰੇ ਟੌਪਿਕਸ 'ਤੇ 2-2 ਪੇਜ ਲਿਖ ਕੇ ਰੱਖ ਲਓ। ਸਿਮਿਲਰ ਜੇ ਡਾਇਰੈਕਟ ਕੁਐਸਚਨਸ ਆ ਜਾਂਦੇ ਆ ਕਰੰਟ ਅਫੇਅਰਸ ਨਾਲ ਰਿਲੇਟ ਹੋ ਕੇ। ਸਾਇੰਸ ਐਂਡ ਟੈਕਨੋਲੋਜੀ ਦੇਖੋ ਜੀ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਪੇਪਰ 4 'ਤੇ ਆਪਾਂ ਆ ਚੁੱਕੇ ਹਾਂ ਜਨਰਲ ਸਟੱਡੀਜ਼ ਦੇ।
यूपीएससी ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਦਾ ਬਹੁਤ ਛੋਟਾ ਰੋਲ ਹੈ ਕਿਉਂਕਿ ਉਹ ਪੇਪਰ 3 'ਚ ਹੀ ਹੈ, ਪਰ ਇਹਦੇ ਵਿੱਚ ਪੇਪਰ 4 ਅਲੱਗ ਤੋਂ ਹੈ ਜਿਹਦੇ ਵਿੱਚ ਸਿਰਫ ਸਾਇੰਸ ਐਂਡ ਟੈਕਨੋਲੋਜੀ ਤੇ এনवायरमेंट ਅੱਧਾ ਪੇਪਰ ਲੈਂਦਾ ਤੇ ਬਾਕੀ ਦਾ ਪੇਪਰ ਪ੍ਰੋਬਲਮ ਸੋਲਵਿੰਗ ਤੇ ਹੈ। ਤਾਂ ਸਾਇੰਸ ਐਂਡ ਟੈਕਨੋਲੋਜੀ ਤੁਸੀਂ ਬਿਲਕੁਲ ਨਹੀਂ ਇਗਨੋਰ ਕਰ ਸਕਦੇ। ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀ ਦੇ ਤਾਂ ਬਿਲਕੁਲ ਚੰਗੀ ਤਰ੍ਹਾਂ ਰੱਟ ਕੇ ਜਾਓ। डायरैक्ट इस बार का भी जो तुसी पेपर देखो डायरैक्ट क्वेश्चन जेडे भी करंट अफेयर बुक च सीगे, करंट अफेयर मैगजीन तो मेरा मतलब है विजन दी मैगजीन या इनसाइट्स दी मैगजीन जिहड़ी नॉर्मली लोग करंट अफेयर्स वास्ते फॉलो करते हैं। तो इन्हां दी ईयर एंड ते विजन दी 365 करके भी आती है, पीटी प्रीलिम्स वास्ते भी मेन्स वास्ते भी, उहदे चों डायरैक्ट क्वेश्चन चक्के हुए सीगे। ਉਹ ਤੁਸੀਂ ਕਰੰਟ ਅਫੇਅਰ ਮੈਗਜ਼ੀਨ ਸਾਇੰਸ ਐਂਡ ਟੈਕਨੋਲੋਜੀ PCS ਵਾਸਤੇ ਤਾਂ ਬਿਲਕੁਲ ਅੱਛੀ ਤਰ੍ਹਾਂ ਕਰਕੇ ਜਾਣੀ ਹੈ। ਪਲੱਸ ਇਸ ਤੋਂ ਇਲਾਵਾ ਜੇ ਤੁਸੀਂ ਬੇਸਿਕ ਸਾਇੰਸਿਸ ਦੇ ਬਾਰੇ ਜਿੱਦਾਂ ਕੰਪਿਊਟਰਸ ਹੋ ਗਿਆ, ਰੋਬੋਟਿਕਸ ਹੋ ਗਿਆ, ਨੈਨੋ ਟੈਕਨੋਲੋਜੀ ਹੋ ਗਿਆ, ਇਹਨਾਂ ਤੇ ਡਾਇਰੈਕਟ ਕੁਐਸਚਨਸ ਆ ਜਾਂਦੇ ਨੇ ਕਿ ਨੈਨੋ ਟੈਕਨੋਲੋਜੀ ਦੇ ਵਿੱਚ ਕੀ ਸੁਧਾਰ ਹੋ ਰਹੇ ਨੇ ਜਾਂ ਰੋਬੋਟਿਕਸ ਦੀ ਫੀਲਡ ਸਾਨੂੰ ਕਿੱਦਾਂ ਹੈਲਪ ਕਰ ਸਕਦੀ ਹੈ। ਇਹਨਾਂ ਦੇ ਤੁਸੀਂ 1 ਪੇਜਰਸ ਬਣਾ ਕੇ ਰੱਖੋ। ਫਿਰ ਵੀ ਜੇ ਤੁਸੀਂ ਕੋਈ ਬੁੱਕ ਪੜ੍ਹਨਾ ਚਾਹੁੰਦੇ ਹੋ ਤਾਂ ਰਵੀ ਅਗਰਹਾਰੀ ਸਰ ਦੀ ਬੁੱਕ ਹੈਗੀ ਹੈ साइंस एंड टैक्नोलॉजी ते, काफ़ी बल्कि बुक है, पूरी कवर टू कवर पढ़ने की तो लोड़ नहीं, पर तुसी ये मंगवा के रख सकते हो। ये तुसी साइंस एंड टैक्नोलॉजी वास्ते रैफर कर सकते हो क्योंकि PCS च तुसी साइंस एंड टैक्नोलॉजी नॉन नैगोशिएबल है, ये तुहानू चंगी तरह करके जाना ही जाना पएगा। ठीक है जी। बाकी इंटलैक्चुअल प्रॉपर्टी के टॉपिक है, ये भी काफ़ी इंपॉर्टेंट हो जाता है, पेपर च डायरैक्ट क्वेश्चन ये आ जाते हैं। ये सारा साइंस एंड टैक्नोलॉजी अगे चल रहा है, बायोटैक्नोलॉजी, जेनेटिक इंजीनियरिंग, डिसीज़ वाला टॉपिक चो इस बार भी बहुत क्वेश्चन सी कोविड के रिलेटेड, कोविड की टैक्नोलॉजी, असी टैक्नोलॉजी किहड़ी यूज़ की कोविड की वैक्सीन्स के उत्ते, तो ये तो तुसी बहुत चंगी तरह करके जाना है क्योंकि ये फ्यूचर दे विच इस तो क्वेश्चन आते ही रहेंगे। एनवायरमेंट वाला पार्ट जिदा मैं तुहानू पहला कहा सी, तुसी शंकर IAS फॉलो कर सकते हो। प्लस ये अगेन करंट अफेयर्स से बहुत ज़्यादा फोकस करना है। एनवायरमेंट के जोड़े रीसेंट फॉरेस्ट सर्वे आ गया, टाइगर सेंसस होंदा है, एलीफेंट सेंसस होंदा है, ये ओरिजिनल मिनिस्ट्री ऑफ एनवायरमेंट टाइम टू टाइम बहुत रिलीज़ करती है। इन्हां दे ईयर एंड रिव्यूज़ भी आते हैं, हर मिनिस्ट्री के हर साल के एंड च ईयर एंड रिव्यू आता है, वो भी तुसी खोल के देखो, तुहानू एनवायरमेंट के उत्ते की होर मिल रहा है। करंट चो ही ज़्यादा पूछते हैं, डिजास्टर चो क्वेश्चन आना ही आना है। इस कारण मैं तुहानू पहला भी कहा सी डिजास्टर मैनेजमेंट का गवर्नमेंट का एक प्लान हैगा वै, उहदे विच गवर्नमेंट ने सारे डिजास्टर्स नू किद्दां मिटीगेट करना है, प्रिवेंट करना है दिता होया है, वो तुसी कवर कर सकते हो। नेचर ते टाइप डेफिनेशन तुहाडी +1 +2 की जोग्राफी तो भी कवर हो जाएगा, तो काफ़ी सारिया चीज़ां तुहाडियां शंकर IAS दियां एनवायरमेंट बुक तो भी कवर हो जाएंगियां। ठीक है जी। उस तो बाद लास्ट टॉपिक आ जाता है जी प्रॉब्लम सॉल्विंग एंड डिसीजन मेकिंग। ये काइंड ऑफ केस स्टडीज़ ही है जी जिहड़ियां UPSC पेपर 4 दे विच पुछियां जांदियां। तो इहदा तुसी फॉर्मेट बहुत चंगी तरीके नाल करके जाओ कि जदों भी मैनूं ये केस स्टडी आएगी मैनूं लिखना किद्दां वै, तुहाडी अप्रोच क्लीयर होनी चाहिए है। बहुत जनरल हुंदियां ने, तुसी ठंडे दिमाग नाल वैसे भी बैठ के सोचोगे तुसी ये चीज़ां कर लोगे। तुसी विजन दी एक केस स्टडीज़ का मॉड्यूल भी है, वो भी फॉलो कर सकते हो, मैं परसनली वो कीता सीगा। पर ये सारिया चीज़ां ना आम एक्सपीरियंस तो ही आंदियां ने। तो तुसी जदों भी आस पास कुछ हुंदा वा, जिद्दां कोविड आया, तो कोविड का गवर्नमेंट ने किद्दां दा रिस्पॉन्स लिता कि बई आपां कोविन ऐप बनाई वैक्सीनेशन वास्ते, आरोग्य सेतु बनाई, आपां ड्रोन्स के थ्रू देखा कि लोग घरे बैठ रहे हैं कि नहीं, आपां लॉ एंड ऑर्डर लॉकडाउन लगाए, ये सारिया चीज़ां की सरकार ने कीतियां। कोई भी चीज़ होवे, कोई राइट्स होए, दंगे होए, तुसी देखिया बरगारी कांड होया सीगा, उस तो बाद पुलिस का की एक्शन सीगा, की एक्चुअल एक्शन होना चाहिए वै, ये सारिया चीज़ां तुसी आम न्यूज़पेपर के थ्रू फॉलो करते रहना वै, तो अपने दिमाग नाल सोचते रहना वै कि यार जे मैं ये जगह ते हुंदा मैं की करदा। वो चीज़ां नू रिफाइन करो, वो अपनी अप्रोच नू रिफाइन करो, टॉपर्स दी आंसर कॉपीज़ देखो, केस स्टडीज़ वध तो वध प्रैक्टिस करो, ये तुहाडा टॉपिक रिफाइन हो जाएगा। बहुत इंपॉर्टेंट टॉपिक है, अद्धा पेपर डिसीजन मेकिंग के उत्ते ही हुंदा वै, ये तुसी इत्थे फॉलो कर सकते हो। ठीक है जी। ये सारा सीगा साडा सिलेबस के बारे। बुक लिस्ट मैं तुहानू नालों नाल दस ही दित्ती है, ऑल्दो जे तुसी अलग तो भी देखना चाहो तो मैं ये 2 स्लाइड्स इत्थे पातियां ने, ये तुसी अलग तो भी देख सकते हो। साइंस एनवायरमेंट पॉलिटी हिस्ट्री इंडियन इकोनॉमी जोग्राफी पंजाब ते करंट अफेयर्स ਜਿਹੜੇ भी मैं तुहानू पहला भी दसे सीगे। तो मेन्स एग्जामिनेशन वास्ते ये सारिया बुक लिस्ट ਜਿਹੜੀਆਂ ਤੁਹਾਨੂੰ मैं पहला भी दसिया ਸੀਗੀਆਂ। स्टैट्स की ये मैं NCERT क्लास 11 लिखी हुई है, ਇੱਥੇ ਤੁਸੀਂ ਨਾਲ TR जैन ऐड कर सकते हो, ये पढ़ लो। NCERT पढ़ने की ਤੁਹਾਨੂੰ ਲੋੜ नहीं पऊगी, ਇਹਦੇ ਨਾਲ ਤੁਹਾਡਾ काफ़ी अच्छा कवर हो जाऊगा। बाकी सारिया ਆਪਾਂ वीडियो के नाल डिस्कस कर भी लईआं।
ਬਾਕੀ ਇਹ ਮੈਂ PPT EMCC Edu ਐਪ 'ਤੇ ਵੀ ਪਾ ਦੂੰਗਾ, ਤੁਸੀਂ ਉੱਥੋਂ ਦੀ ਵੀ ਲੈ ਸਕਦੇ ਹੋ। ਤੇ ਆਲ ਦ ਵੈਰੀ ਬੈਸਟ। ਕੋਈ ਵੀ ਤੁਹਾਨੂੰ ਇਹਦੇ ਵਿੱਚ ਡਾਊਟ ਆਏ ਜਾਂ ਕੋਈ ਹੋਰ ਫਿਊਚਰ ਵੀਡੀਓਜ਼ ਦੀ ਸਜੈਸ਼ਨਸ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸੋ। ਥੈਂਕ ਯੂ ਸੋ ਮਚ, ਇਟ ਵਾਜ਼ ਨਾਈਸ। ਹੋਰ ਵੀਡੀਓਜ਼ ਤੁਹਾਡੇ ਵਾਸਤੇ ਬਣਾਉਂਦੇ ਰਹਾਂਗੇ। ਆਲ ਦੀ ਬੈਸਟ।